कहने को असीं नवीं सिक्ख्या नीति कहने ਉਹਦੇ 'ਚ नवा कुछ भी नहीं गा। वैसे ਉਹਦਾ सरकारी नाम जिहड़ा है नैशनल एजुकेशन पॉलिसी है, कौमी सिक्ख्या नीति 2020 है ਉਹਦਾ नाम सरकारी तौर पर। ਉਹਦੇ 'ਚ कौमी भी कुछ नहीं गा, ना ही है कौमी सिक्ख्या नीति। ਉਹ 'ਚ कौम नाम की कोई चीज़ नहीं, कौम की कोई गल है नहीं। अपनी गल कहने तो पहला दो तीन गल्लां मैं ਤੁਹਾਡੇ ਨਾਲ ਹੋਰ ਸਾਂਝੀਆਂ ਕਰਨੀਆਂ ਚਾਹੁੰਦਾ। ਸਾਥੀ ਤੀਰਥ ਸਿੰਘ ਵਾਸੀ ਉਹਨਾਂ ਨੇ ਪਹਿਲਾਂ ਵਿਦਿਆਰਥੀ ਲਹਿਰ ਦੀ ਗੱਲ ਕੀਤੀ ਹੈ। ਜਦੋਂ ਮੈਂ ਪੜ੍ਹਦਾ ਸੀਗਾ ਗੌਰਮੈਂਟ ਰਪਦਮਨ ਕਾਲਜ ਨਾਭੇ ਮੈਂ ਪੜ੍ਹਿਆ ਪਟਿਆਲੇ ਜ਼ਿਲ੍ਹੇ 'ਚ, BSc ਉੱਥੋਂ ਕੀਤੀ ਹੈ, MSc ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਕਰੀ ਹੈ। ਉਦੋਂ ਇੱਕ ਵਿਦਿਆਰਥੀਆਂ ਵਾਸਤੇ ਐਜੂਕੇਸ਼ਨ ਚੱਲੀ ਵੀ ਜਿੰਨੇ ਸਟੂਡੈਂਟਸ ਨੇ ਉਹਨਾਂ ਸਾਰਿਆਂ ਨੂੰ ਬੱਸਾਂ ਦੇ ਵਿੱਚ ਰੇਲਵੇ ਦੇ ਬਰਾਬਰ ਕੰਸੈਸ਼ਨ ਦਿੱਤਾ ਜਾਵੇ ਤੇ ਕੰਸੈਸ਼ਨਲ ਪਾਸ ਉਹਨਾਂ ਦੇ ਵੰਡ 1974 ਦੀ ਗੱਲ ਹੈ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ 20 ਤੇ 21 ਅਕਤੂਬਰ 1974 ਨੂੰ 2 ਦਿਨ ਲਗਾਤਾਰ ਬੱਸਾਂ ਦੇ ਚੱਕੇ ਜਾਮ ਰਹੇ। ਇਹ ਪਹਿਲੀ ਵਾਰ ਸੀ ਵੀ ਸਾਰੇ ਪੰਜਾਬ 'ਚ ਇੱਦਾਂ ਬੱਸਾਂ ਦੇ ਚੱਕੇ ਜਾਮ ਰਹੇ ਹੋਣ ਵਿਦਿਆਰਥੀਆਂ ਦੀ ਇਸ ਮੰਗ ਲਈ ਵੀ ਤਾਂ ਕਿ ਉਹ ਆਪਣੇ ਕਾਲਜਾਂ ਦੇ ਵਿੱਚ ਦੂਰ ਦੁਰਾਡੇ ਬਿਨਾਂ ਬਹੁਤ ਪੈਸੇ ਖਰਚਣ ਤੋਂ ਆਪਣੀ ਪੜ੍ਹਾਈ ਕਰ ਸਕਣ। ਤੁਹਾਨੂੰ ਬਹੁਤਿਆਂ ਨੂੰ ਯਾਦ ਵੀ ਨਹੀਂ ਹੋਣਾ, ਤੁਸੀਂ ਬੱਸ ਪਾਸ ਬਣਾਉਂਦੇ ਹੋ ਜਾਂਦੇ ਹੋ, ਪਤਾ ਨਹੀਂ ਹੋਣਾ ਵੀ ਇਹ ਕਿਸੇ ਨੇ ਲੜਿਆ ਹੈ। ਇਹਦੇ ਲਈ ਸੰਗਰੂਰ ਦੇ ਸਾਡਾ ਵਿਦਿਆਰਥੀ ਆਗੂ ਹੁੰਦਾ ਸੀ ਪਵਨ ਕੁਮਾਰ, ਉਹਨੂੰ ਧੁੱਪ 'ਚ ਲੰਮਾ ਪਾ ਕੇ ਕੁੱਟਿਆ ਗਿਆ ਸੀ ਪੁਲਿਸ ਵੱਲੋਂ। ਨਾਲਾ ਪਿੰਡ ਭੈਣ ਜੀ ਆਏ ਹੋਏ ਆ, ਉਹਨਾਂ ਦੀ ਬੇਟੀ ਆਈ ਹੈ ਨਾਲ, ਇੱਥੇ ਦਾ ਮੁੰਡਾ ਹੁੰਦਾ ਇੱਕ ਗੁੱਜਾ ਪੀਰ ਸੰਪੂਰਨ, ਉਹ ਬੇਹੱਦ ਕੁੱਟਿਆ ਗਿਆ ਸੀ। ਇਸ ਤਰ੍ਹਾਂ ਬਹੁਤ ਥਾਵਾਂ 'ਤੇ ਬੱਚਿਆਂ ਨੇ ਡਾਂਗਾਂ ਖਾਧੀਆਂ, ਲੜਾਈਆਂ ਹੋਈਆਂ, ਕੁਰਬਾਨੀਆਂ ਹੋਈਆਂ। ਫਿਰ 7 ਨਵੰਬਰ ਨੂੰ ਨਾਰਾ ਦਿੱਤਾ ਵੀ 7 ਨਵੰਬਰ ਚਲੋ ਜਲੰਧਰ, ਨਾਰਾ ਸੀ ਇਹ। ਆ ਜਲੰਧਰ ਦੇਸ਼ ਭਗਤ ਹਾਲ ਦੇ ਵਿੱਚ, ਇਹ ਦੇਸ਼ ਭਗਤ ਹਾਲ ਸਾਡਾ ਜਿਹੜਾ ਇਹ ਇਸ ਤਰ੍ਹਾਂ ਦਾ ਹੈ ਜਿਵੇਂ ਕਿਸੇ ਬਹੁਤ ਸ਼ਰਧਾਲੂ ਸਿੱਖ ਲਈ ਦਰਬਾਰ ਸਾਹਿਬ ਹੈ, ਕਿਸੇ ਬਹੁਤ ਸ਼ਰਧਾਲੂ ਲਈ ਜਿਹੜਾ ਮੱਕਾ ਤੇ ਮਦੀਨਾ ਹੈ। ਜਿੰਨੇ ਲੋਕ ਆਜ਼ਾਦੀ ਦੇ ਪਰਵਾਨੇ ਹੈ, ਜਿਹੜੇ ਲੜਨਾ ਚਾਹੁੰਦੇ ਹੈ, ਸਮਾਜ ਨੂੰ ਬਦਲਣਾ ਚਾਹੁੰਦੇ ਹੈ, ਵਧੀਆ ਸਮਾਜ ਦੇਖਣਾ ਚਾਹੁੰਦੇ ਹੈ, ਉਹਨਾਂ ਵਾਸਤੇ ਆ ਦੇਸ਼ ਭਗਤ ਯਾਦਗਾਰ ਹਾਲ ਉਸ ਕਿਸਮ ਦਾ ਮੱਕਾ ਮਦੀਨਾ। ਕਿਉਂਕਿ ਇੱਥੇ ਗਦਰੀ ਬਾਬਿਆਂ ਦਾ ਮਿਊਜ਼ੀਅਮ ਬਣਿਆ ਹੈ, ਦੇਸ਼ ਭਗਤਾਂ ਦਾ ਮਿਊਜ਼ੀਅਮ ਬਣਿਆ ਹੈ, ਤੇ ਉਹਨਾਂ ਤੋਂ ਆਪਾਂ ਆ ਕੇ ਇੱਥੇ ਇੰਸਪੀਰੇਸ਼ਨ ਲੈ ਕੇ ਜਾਂਦੇ ਹਾਂ। ਤੇ ਫਿਰ ਉਸ ਟਾਈਮ ਗਿਆਨੀ ਜ਼ਹਿਰ ਸਿੰਘ ਦੀ ਸਰਕਾਰ ਨੂੰ ਮੰਨਣਾ ਪਿਆ ਸੀ ਵੀ ਹਾਂ ਇਹ ਬੱਸ ਕਿਰਾਇਆ ਤੇ ਰੇਲਵੇ ਦੇ ਬਰਾਬਰ ਕੰਸੈਸ਼ਨ ਦੇ ਦਿੱਤਾ। ਉਸ ਤੋਂ ਬਾਅਦ ਲੰਬੀਆਂ ਗੱਲਾਂ ਇੰਨਾ ਦੱਸਾਂਗੇ ਤਾਂ ਫਿਰ ਉਸੇ ਗੱਲ ਤੇ ਆ ਜੂ, ਮੇਨ ਆਪਣੀ ਰਹਿ ਜਾਣੀ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਵੀ ਸਿੱਖਿਆ ਨੀਤੀ ਹੈ, ਉਹ ਸਿੱਖਿਆ ਨੀਤੀ ਦਾ ਬੇਸਿਕ ਕਰੈਕਟਸ ਕੀ ਹੈ, ਉਹਦਾ ਮੂਲ ਮੁੱਦਾ ਕੀ ਹੁੰਦਾ ਹੈ। ਇੱਕ ਸਿੱਖਿਆ ਨੀਤੀ ਸਾਡੀ ਬਹੁਤ ਪੁਰਾਣੇ ਸਮੇਂ ਦੇ, ਅੱਜ ਤੋਂ 3-4 ਸਾਲ 3-4 ਹਜ਼ਾਰ ਸਾਲ 2000 ਸਾਲ ਪੁਰਾਣੀ ਸਿੱਖਿਆ ਨੀਤੀ ਹੈ। ਉਹ ਸਿੱਖਿਆ ਨੀਤੀ ਕੀ ਹੈ ਕਿ ਸਿਰਫ ਰਾਜੇ ਦਾ ਮੁੰਡਾ ਕੁੜੀ ਨੂੰ, ਰਾਜੇ ਦਾ ਮੁੰਡਾ, ਖੱਤਰੀਆਂ ਦਾ ਮੁੰਡਾ ਤੇ ਜਿਹੜੇ ਹੋਰ ਪੰਡਤ ਹੈ ਉਹਨਾਂ ਦੇ ਮੁੰਡੇ ਸਿਰਫ ਉਹ ਪੜ੍ਹ ਸਕਦੇ ਆ, ਬਾਕੀਆਂ ਨੂੰ ਕਿਸੇ ਨੂੰ ਪੜ੍ਹਨ ਦੀ ਆਗਿਆ ਨਹੀਂ। ਇਹ ਸਿੱਖਿਆ ਨੀਤੀ ਸੀ ਭਾਰਤ। ਯਾਦ ਹੈ ਤੁਹਾਨੂੰ ਕਿ ਨਹੀਂ ਗੱਲ ਹੈ? ਕੁੜੀਆਂ ਨੂੰ ਤਾਂ ਉੱਕਾ ਹੀ ਪੜ੍ਹਦੀ, ਅੱਗੇ ਹੀ ਨਹੀਂ, ਬਿਲਕੁਲ ਹੀ। ਇਹ ਸਿੱਖਿਆ ਨੀਤੀ ਸੀ ਉਸ ਟਾਈਮ ਦੀ, ਬਹੁਤ ਪੁਰਾਣੇ ਸਮੇਂ ਦੀ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਬਹੁਤ ਕੁਝ ਚੰਦ ਅਮੀਰਾਂ ਦਾ ਸਮਾਜ ਦੇ ਉੱਤੇ ਵੀ ਕਬਜ਼ਾ ਹੈ, ਸਿੱਖਿਆ ਤੇ ਵੀ ਕਬਜ਼ਾ ਹੈ, ਤੇ ਜਿਹੜੇ ਪੈਸੇ ਦੇ ਧਨ ਦੌਲਤ ਦੇ ਸਾਧਨ ਨੇ ਉਹਨਾਂ ਤੇ ਵੀ ਕਬਜ਼ਾ। ਉਹ ਸਿੱਖਿਆ ਉਸ ਤੋਂ ਬਾਅਦ ਬਹੁਤ ਕੁਝ ਬਦਲਿਆ, ਅੰਗਰੇਜ਼ ਆਏ, ਹੋਰ ਹੋਇਆ। ਅੰਗਰੇਜ਼ਾਂ ਨੇ ਆਪਣੇ ਢੰਗ ਦੀ ਨੀਤੀ ਬਣਾਈ ਜਿਹਨੂੰ ਅਸੀਂ ਮਕਾਲੇ ਦੀ ਵਿਦਿਆ ਨੀਤੀ। ਲਾਰਡ ਮਕਾਲੇ ਨੇ ਉਹ ਨੀਤੀ ਬਣਾਈ ਵੀ ਜਿਹਦੇ ਵਿੱਚ
ਉਹਨਾਂ ਨੂੰ ਜਿਹੜੇ ਇੱਥੇ ਰਾਜ ਕਰਨ ਲਈ ਕਲਰਕ ਚਾਹੀਦੇ ਹੈ, ਛੋਟੇ ਛੋਟੇ ਫੌਜੀ ਚਾਹੀਦੇ ਹੈ, ਬਾਕੀ ਨਿੱਕੇ ਮੋਟੇ ਕੰਮਾਂ ਲਈ ਪਟਵਾਰੀ ਚਾਹੀਦੇ ਹੈ, ਜਿਹੜੇ ਉਹਨਾਂ ਲਈ ਪੈਸੇ ਉਗਰਾ ਕੇ ਲੋਕਾਂ ਤੋਂ ਅੰਗਰੇਜ਼ਾਂ ਨੂੰ ਦੇਣ, ਉਹਨਾਂ ਦੇ ਖਜ਼ਾਨੇ ਭਰਨ। ਉਹਨਾਂ ਨੂੰ ਪੜ੍ਹਾਉਣ ਲਈ, ਕਲੈਰੀਕਲ ਜੌਬ ਦੇਣ ਲਈ ਇੱਕ ਨੀਤੀ ਬਣਾਈ ਗਈ ਜਿਹਨੂੰ ਆਪਾਂ ਮਕਾਲੇ ਦੀ ਨੀਤੀ ਕਹਿੰਦੇ ਹਾਂ। ਉਸ ਤੋਂ ਬਾਅਦ ਦੇਸ਼ ਆਜ਼ਾਦ ਹੋ ਗਿਆ। ਆਜ਼ਾਦ ਹੋ ਗਿਆ ਤਾਂ ਦੇਸ਼ ਨੇ, ਕਿਉਂਕਿ ਅੰਗਰੇਜ਼ਾਂ ਤੋਂ ਗੁਲਾਮ ਹੋ ਕੇ ਫਿਰ ਆਜ਼ਾਦ ਹੋਇਆ, ਉਦੋਂ 1948 ਦੇ ਵਿੱਚ ਆਜ਼ਾਦ ਹੋਣ ਸਾਰ ਇੱਕ ਨੀਤੀ ਬਣਾਈ, ਛੋਟੀ ਨੀਤੀ, ਉਹਨੂੰ ਡਾਕਟਰ ਰਾਧਾ ਕ੍ਰਿਸ਼ਨ ਦੀ ਨੀਤੀ ਕਹਿੰਦੇ ਆ। ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਜਿਹੜਾ ਸਾਡਾ ਦੇਸ਼ ਦਾ ਕੌਣ ਸੀ ਭਲਾ? ਉਹ ਡਾਕਟਰ ਰਾਧਾ ਕ੍ਰਿਸ਼ਨ ਕੌਣ ਸੀ ਬੇਟੇ? ਸਾਡੇ ਦੇਸ਼ ਦਾ ਦੂਜਾ ਰਾਸ਼ਟਰਪਤੀ ਸੀ। ਕੌਣ ਸੀ? ਸਾਡੇ ਦੇਸ਼ ਦਾ ਦੂਜਾ ਰਾਸ਼ਟਰਪਤੀ। ਪਹਿਲਾ ਕੌਣ ਸੀ? ਡਾਕਟਰ ਰਾਜਿੰਦਰ ਪ੍ਰਸਾਦ। ਸ਼ਾਬਾਸ਼, ਬਹੁਤ ਸਿਆਣੇ ਬੱਚੇ, ਵੈਰੀ ਗੁੱਡ, ਵੈਰੀ ਗੁੱਡ। ਸੋ ਬੇਟੇ, ਜਿਹੜਾ ਡਾਕਟਰ ਰਾਧਾ ਕ੍ਰਿਸ਼ਨ ਕਮਿਸ਼ਨ ਹੈ, ਉਹਨੇ ਇੱਕ ਨੀਤੀ ਛੋਟੀ ਬਣਾਈ ਵੀ ਇਸ ਕਿਸਮ ਦੀ ਸਿੱਖਿਆ ਅਸੀਂ ਆਜ਼ਾਦ ਭਾਰਤ ਦੇਵਾਂਗੇ। ਆਜ਼ਾਦ ਭਾਰਤ ਨੂੰ ਉਦੋਂ ਕੀ ਲੋੜ ਹੈ ਕਿ ਵੀ ਉਹਨਾਂ ਨੂੰ ਬੜੇ ਬੜੇ ਇੰਜੀਨੀਅਰ ਚਾਹੀਦੇ ਆ ਤਾਂ ਕਿ ਡੈਮ ਬਣ ਸਕਣ, ਵੱਡੇ ਵੱਡੇ ਬਿਜਲੀ ਦੇ ਪਲਾਂਟ ਲੱਗ ਸਕਣ, ਵੱਡੇ ਵੱਡੇ ਕਾਰਖਾਨੇ ਲੱਗ ਸਕਣ ਤਾਂ ਕਿ ਦੇਸ਼ ਦੇ ਲੋਕਾਂ ਨੂੰ ਰੁਜ਼ਗਾਰ ਮਿਲੇ। ਉਹਨਾਂ ਨੇ ਬਹੁਤ ਸਾਰੀਆਂ IITs ਖੋਲੀਆਂ, IIM ਖੋਲੇ, ਮੈਡੀਕਲ ਕਾਲਜ ਖੋਲੇ, ਬਹੁਤ ਸਾਰੇ ਡੈਮ ਬਣੇ। ਇੱਦਾਂ ਦਾ ਇੱਕ ਸਿਸਟਮ ਬਣਾਇਆ ਕਿ ਜਿਹੜੇ ਦੇਸ਼ ਨੂੰ ਲੋੜ ਹੈ ਉਸ ਟਾਈਮ, ਕਿਉਂਕਿ ਉਦੋਂ ਦੇਸ਼ ਦੇ ਜਿਹੜੇ ਅਮੀਰ ਲੋਕ ਸੀਗੇ, ਵਿਰਲੇ ਤੇ ਟਾਟੇ, ਉਹਨਾਂ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਇਹਦੇ ਉੱਤੇ ਪੈਸਾ ਲਾ ਸਕਣ। ਇਸ ਕਰਕੇ ਸਰਕਾਰ ਦੇ ਪੈਸੇ ਨਾਲ ਇਹ ਚੀਜ਼ਾਂ ਬਣਾਈਆਂ ਗਈਆਂ ਵੀ ਤਾਂ ਕਿ ਉਹ ਜਿਹੜੇ ਵਿਰਲੇ ਟਾਟੇ ਆ, ਉਹਨਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਅਸੀਂ ਇੱਧਰਲੇ ਪਾਸਿਓਂ ਸਰਕਾਰ ਦੇ ਪੈਸਿਆਂ ਨਾਲ ਪੂਰੀਆਂ ਕਰਕੇ ਦੇ ਸਕੀਏ। ਸੋ ਮੈਂ ਇੱਕ ਲਾਈਨ ਤੁਹਾਨੂੰ ਕਹਿਣੀ ਚਾਹੂੰਗਾ, ਕਿਸੇ ਵੀ ਟਾਈਮ ਸਮਾਜ ਦੇ ਵਿੱਚ ਤੇ ਸਾਡੇ ਦੇਸ਼ ਦੇ ਵਿੱਚ ਜਮਾਤਾਂ ਦੋ ਹੀ ਹੁੰਦੀਆਂ, ਦੋ ਹੀ ਜਮਾਤਾਂ ਹੁੰਦੀਆਂ ਨੇ। ਮੈਂ ਹੱਸਦਾ ਕਈ ਵਾਰੀ ਕਹਿ ਦਿੰਦਾ, ਕਿਸੇ ਰਿਸ਼ਤੇਦਾਰੀ 'ਚ ਗਿਆ ਹੋਵਾਂ, ਉਹਨਾਂ ਦਾ ਜਵਾਕ ਹੋਵੇ, ਬੇਟਾ ਹੋਵੇ, ਬੇਟੀ ਹੋਵੇ, ਪੁੱਛੀ ਨਾ ਕਿਹੜੀ ਕਲਾਸ 'ਚ ਹੈ, ਕਹਿੰਦੇ 7ਵੀਂ 'ਚ। ਮੈਂ ਹੱਸਦਾ ਮਾਰਾ ਕਹਿ ਦਿੰਦਾ ਕਈ ਵਾਰੀ ਵੀ ਜਮਾਤਾਂ ਤਾਂ ਮੈਂ ਸੁਣਿਆ ਵੀ ਦੋ ਹੀ ਹੁੰਦੀਆਂ, ਤੂੰ ਬੇਟਾ 7ਵੀਂ 'ਚ ਕਿਵੇਂ ਹੋ ਗਿਆ? ਜਾਂ ਸੋ ਉਹ ਥੋੜ੍ਹੀਆਂ ਪੜ੍ਹਨ ਵਾਲੀਆਂ ਜਮਾਤਾਂ ਨੇ। ਵੈਸੇ ਸਮਾਜ ਦੀਆਂ ਜਮਾਤਾਂ ਦੋ ਹੀ ਨੇ, ਇੱਕ ਜਮਾਤ ਮਿਹਨਤ ਕਰਨ ਵਾਲਿਆਂ ਦੀ, ਇੱਕ ਵਿਹਲੇ ਬਹਿ ਕੇ ਉਹਨਾਂ ਦੀ ਮਿਹਨਤ ਨੂੰ ਛਕਣ ਵਾਲਿਆਂ ਦੀ ਜਮਾਤ। ਦੋ ਹੀ ਜਮਾਤਾਂ। ਤੇ ਜਦੋਂ ਜਿਹੜਾ ਸਮਾਜ, ਦੇਸ਼ ਦੇ ਵਿੱਚ ਜਿਹੜੀ ਜਮਾਤ ਦਾ ਰਾਜ ਹੈ, ਉਸ ਜਮਾਤ ਦੇ ਹੱਕ ਦੀ ਵਿਦਿਆ ਨੀਤੀ ਬਣਾਈ ਜਾਂਦੀ ਹੈ। ਵਿਦਿਆ ਨੀਤੀ ਕੀ ਹੁੰਦੀ ਹੈ? ਜਿਹੜੀ ਜਮਾਤ ਦਾ ਦੇਸ਼ ਦੇ ਵਿੱਚ ਰਾਜ ਹੈ, ਉਸ ਜਮਾਤ ਦੇ ਹੱਕ ਨੂੰ ਪੂਰਾ ਕਰਨ ਵਾਲੀ ਕੀ ਰਾਜਨੀਤੀ, ਕਿਹੜੀ ਵਿਦਿਆ ਚਾਹੀਦੀ ਹੈ ਸਾਨੂੰ, ਉਹ ਵਿਦਿਆ ਨੀਤੀ ਉਸ ਟਾਈਮ ਬਣਾਈ ਜਾਂਦੀ ਹੈ। ਸਾਡੇ ਦੇਸ਼ ਦੇ ਉੱਤੇ 47 ਚ ਟਾਟੇ ਬਿਰਲਿਆਂ ਦਾ ਰਾਜ ਸੀ। ਕਹਿਣ ਨੂੰ ਨਹਿਰੂ ਦਾ ਰਾਜ ਹੈ, ਕਾਂਗਰਸ ਦਾ ਰਾਜ ਹੈ, ਪਰ ਉਸ ਰਾਜ ਨੇ ਜ਼ਿਆਦਾ ਫਾਇਦਾ ਟਾਟੇ ਬਿਰਲਿਆਂ ਤੇ ਹੋਰ ਅਮੀਰ ਲੋਕਾਂ ਨੂੰ ਦਿੱਤਾ। ਉਹਦੇ ਚੋਂ ਕੁਝ ਫਾਇਦਾ ਸਾਨੂੰ ਵੀ ਮਿਲਿਆ, ਥੋੜਾ, ਸਾਰੇ ਦਾ ਸਾਰਾ ਸਾਨੂੰ ਨਹੀਂ ਮਿਲਿਆ। ਅੱਗੇ ਚੱਲੇ 1966-67 ਦੇ ਵਿੱਚ ਇੱਕ ਹੋਰ ਨੀਤੀ ਆਈ। ਇੱਕ ਬਹੁਤ ਵੱਡਾ ਸਾਇੰਟਿਸਟ ਸੀਗਾ ਭਾਰਤ ਦਾ, ਜਿਹਨੂੰ ਅਸੀਂ DS ਕੋਠਾਰੀ ਕਹਿੰਦੇ ਹਾਂ। DS ਕੋਠਾਰੀ ਸਾਹਿਬ ਨੇ ਉਹ ਕਮਿਸ਼ਨ ਬੈਠਿਆ, ਉਹਨਾਂ ਨੇ ਰਿਪੋਰਟ ਦਿੱਤੀ। ਉਹ ਰਿਪੋਰਟ ਕਾਫੀ ਚੰਗੀ ਸੀ ਉਸ ਟਾਈਮ, ਕਿਉਂਕਿ ਉਦੋਂ ਅਜੇ ਦੇਸ਼ ਨੂੰ ਹੋਰ ਤਰੱਕੀ ਦੀ ਲੋੜ ਸੀ। ਇਸ ਗੱਲ ਲਈ ਅਮੀਰ ਆਦਮੀ, ਦੇਸ਼ ਦੇ ਜਿਹੜੇ ਵੱਡੇ ਵੱਡੇ ਘਰਾਣੇ ਹੈ, ਉਹ ਇਹ ਸਾਰਾ ਕੰਮ ਕਰ ਨਹੀਂ ਸੀ ਸਕਦੇ ਖੁਦ। ਉਹਨਾਂ ਨੇ ਫਿਰ ਕਿਹਾ ਵੀ ਸਾਂਝੇ ਸਕੂਲ ਹੋਣੇ ਚਾਹੀਦੇ, ਚਾਹੇ ਬਣਾਏ ਨਹੀਂ ਸਾਂਝੇ ਸਕੂਲ, ਅਮੀਰਾਂ ਗਰੀਬਾਂ ਦੇ ਸਾਰਿਆਂ ਦੇ ਸਾਂਝੇ ਸਕੂਲ। ਤੇ ਉਹਨਾਂ ਨੇ ਕਿਹਾ ਵੀ ਟੀਚਰਾਂ ਨੂੰ ਚੰਗੀ ਤਰ੍ਹਾਂ ਟ੍ਰੇਨਡ ਕਰਕੇ ਲਾਉਣਾ ਚਾਹੀਦਾ। ਕੁਝ ਗੱਲਾਂ ਗਲਤ ਵੀ ਸੀ ਵੀ ਕੁਝ ਕੁ ਸਕੂਲ ਸਾਨੂੰ ਅਜਿਹੇ ਜਾਂ ਯੂਨੀਵਰਸਿਟੀਆਂ ਅਜਿਹੀਆਂ ਬਣਾ ਲੈਣੀਆਂ ਚਾਹੀਦੀਆਂ ਨੇ ਜਿਹੜੀਆਂ ਬਹੁਤ ਉੱਚ ਪਾਏ ਦੀਆਂ ਹੋਣ। ਜਦੋਂ ਆਸ-ਫਾਰਸ਼ ਕੀਤੀ ਤਾਂ ਦੇਸ਼ ਦੀ ਪਾਰਲੀਮੈਂਟ 'ਚ ਜਦੋਂ ਉਹ ਨੀਤੀ ਗਈ ਵੀ ਆਹ ਨੀਤੀ ਹੈ, ਉਸ ਟਾਈਮ
देश की सरकार ने 30 पार्लीमेंट मैंबरों की कमेटी बना दी जी जीवन राम जी अगवाई। उन्होंने 30 के विचों 12 पार्लीमेंट मैंबरों ने उस नीति की इस लाइन के खिलाफ जी कहती है भी चंद क बच्चों को चंगी शिक्षा दे दो बाकी जिमें मर्जी धक्के खान, इस लाइन के विरुद्ध इस पैरे के विरुद्ध 23 पेज लिख छे उन्होंने। 23 पेज सारी रिपोर्ट 26 पेजों की 23 पेज उसके खिलाफ लिखे गए। पार्लीमेंट गई चलो पास हो गई बखरी गल। फिर 1986 की कमेटी बनी, ਉਹਦਾ ਨਾਂ ਤੇ ਹੁਣ ਵਾਲੀ ਦਾ ਨਾਂ ਥੋੜਾ ਜਿਹਾ ਫਰਕ ਹੈ। ਹੁਣ ਵਾਲੀ ਨੂੰ ਆਪਾਂ ਕਹਿੰਦੇ ਆ NEP ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020, ਉਹਦਾ ਨਾਂ ਸੀ NPE 1986। NPE ਦਾ ਮਤਲਬ ਹੈ ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ, ਥੋੜਾ ਫਰਕ ਹੈਗਾ ਸ਼ਬਦਾਵਲੀ ਦਾ। ਸੋ 1986 ਦੇ ਵਿੱਚ ਉਦੋਂ ਕੀ ਸੀ ਵੀ ਅਜੇ ਸਾਡੇ ਦੇਸ਼ ਦੇ ਅਮੀਰ ਘਰਾਣੇ ਕੁਝ ਅਮੀਰ ਹੋ ਚੁੱਕੇ ਸੀ, ਉਹਨਾਂ ਕੋਲ ਪੈਸੇ ਆ ਚੁੱਕੇ ਸੀ ਵਾਹਵਾ ਸਾਰੇ। ਉਹਨਾਂ ਨੂੰ ਲੱਗਦਾ ਸੀ ਵੀ ਹੁਣ ਐਜੂਕੇਸ਼ਨ ਤੇ ਅਸੀਂ ਕੰਟਰੋਲ ਕਰ ਸਕਦੇ ਹਾਂ। ਰਾਜੀਵ ਗਾਂਧੀ ਉਦੋਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਤੇ ਉਹਨੇ ਆ ਪਾਲਿਸੀ ਲਿਆਂਦੀ 1986 ਦੀ, ਜਿਹਨੂੰ ਅਸੀਂ ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ 1986 ਕਹਿੰਦੇ ਹਾਂ। ਉਹ ਪਾਲਿਸੀ ਨੇ ਇੱਕ ਰਾਹ ਖੋਲ੍ਹਤਾ ਨਿੱਜੀਕਰਨ ਦਾ ਰਾਹ, ਇੱਕ ਵਪਾਰੀਕਰਨ ਦਾ ਰਾਹ, ਵੱਡੇ ਪ੍ਰਾਈਵੇਟ ਸੰਸਥਾਵਾਂ ਬਣਾਉਣ ਦਾ ਰਾਹ ਉਹਨੇ ਖੋਲ੍ਹ ਦਿੱਤਾ। ਉਹ ਥੋੜ੍ਹੀਆਂ ਬਹੁਤੀਆਂ ਕਸਰਾਂ ਸੀ। 1992 ਚ ਆ ਕੇ ਇੱਕ ਰਾਮਾ ਮੂਰਤੀ ਕਮੇਟੀ ਬਣ ਗਈ, ਉਹਨੇ ਹੋਰ ਫੱਟੇ ਚੱਕਦੇ ਉਹਦੇ ਵਾਲੇ ਵੀ, ਹਾਂ ਇੱਧਰ ਨੂੰ ਖੋਲੂਗਾ, ਜਿਹਦਾ ਨਤੀਜਾ ਇਹ ਹੈ ਕਿ ਜਿਹੜੀ 60-70 ਤੱਕ 1960-70 ਤੱਕ ਵਿਦਿਆ ਬਹੁਤੀ ਕਰਕੇ ਸਰਕਾਰੀ ਸਕੂਲਾਂ ਤੇ ਕਾਲਜਾਂ ਦੀ ਵਿਦਿਆ ਸੀ ਜ਼ਿਆਦਾਤਰ। ਹੁਣ ਸਰਕਾਰੀ ਸਕੂਲਾਂ ਤੇ ਕਾਲਜਾਂ ਦੀ ਵਿਦਿਆ ਬਹੁਤ ਰੇਸ਼ੋ ਦੀ ਘਟ ਗਈ, ਉਹਦਾ ਬੁਰਾ ਹਾਲ ਕਰ ਦਿੱਤਾ ਗਿਆ ਤੇ ਪ੍ਰਾਈਵੇਟ ਵਿਦਿਆ ਵਧਾ ਦਿੱਤੀ। ਹੁਣ ਦੁਬਾਰਾ ਫੇਰ ਜਦੋਂ 2014 ਚ ਮੋਦੀ ਦੀ ਸਰਕਾਰ ਬਣ ਗਈ, BJP ਦੀ ਸਰਕਾਰ, ਹੁਣ ਕੀ ਹੈ ਇਸ ਟਾਈਮ ਸਾਰੀ ਦੁਨੀਆ ਦੇ ਉੱਤੇ ਵੱਡੇ ਕਾਰਪੋਰੇਟ ਘਰਾਣੇ ਰਾਜ ਕਰਦੇ ਹੈ। ਸਾਰੀ ਦੁਨੀਆ ਦੇ ਉੱਤੇ ਮੋਦੀ ਤੋਂ ਪਹਿਲਾਂ ਵੀ ਕਰਦੇ ਸੀ। ਇਸ ਦੇ ਨਹੀਂ ਪ੍ਰੋਬਲਮ ਸ਼ਾਬਾਸ਼, ਬਹੁਤ ਸਿਆਣਾ ਮੁੰਡਾ ਹੈ, ਵਧੀਆ, ਵੈਰੀ ਗੁੱਡ। ਇਹ ਤੋਂ ਜਾ ਤੂੰ ਜਾਲੇ ਹਾਸਲ ਹੈ ਜਿਹੜੇ ਸਾਰੀ ਦੁਨੀਆ ਦੇ ਵਿੱਚ ਵੱਡੇ ਕਾਰਪੋਰੇਟ ਘਰਾਣੇ ਹੈ। ਪਹਿਲਾਂ ਵੀ ਸੀਗੇ, ਪਹਿਲਾਂ ਵੀ ਉਹਨਾਂ ਨੂੰ ਜ਼ਿਆਦਾ ਮੁਨਾਫੇ ਦਿੱਤੇ ਜਾਂਦੇ ਸੀ, ਪਰ 2014 ਤੋਂ ਬਾਅਦ ਜਿਵੇਂ ਕਹਿੰਦੇ ਆ ਵੀ ਫੱਟੇ ਹੀ ਚੱਕ ਦਿੱਤੇ, ਵੀ ਖੁੱਲ੍ਹਾ ਹੀ ਪਾਣੀ ਛੱਡਦਾ ਉੱਧਰ। ਉਸ ਗੱਲ ਨੂੰ ਕਰਨ ਵਾਸਤੇ 3-4 ਕਮੇਟੀਆਂ ਬਣਾਤੀਆਂ ਮੋਦੀ ਸਾਹਿਬ ਨੇ। ਇੱਕ TSR ਸੁਬਰਾਮਨੀਅਮ ਕਮੇਟੀ ਹੈ, ਉਹਨੇ ਕੁਝ ਗੱਲਾਂ ਕਹੀਆਂ। ਇੱਕ ਸਾਡਾ ISRO ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦਾ ਜਿਹੜਾ ਚੇਅਰਮੈਨ ਹੈ ਕਸਤੂਰੀ ਰੰਗਨ, ਉਹਦੇ ਨਾਂ ਤੇ ਕਮੇਟੀ ਬਣਾਤੀ। ਇਸ ਤਰ੍ਹਾਂ 2 ਹੋਰ ਕਮੇਟੀਆਂ ਬਣ ਗਈਆਂ ਤੇ ਆ ਕੇ ਇੱਕ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਡਰਾਫਟ ਤਿਆਰ ਕਰ ਦਿੱਤਾ। ਡਰਾਫਟ ਦਾ ਮਤਲਬ ਉਹਦਾ ਕੱਚਾ ਰੂਪ। ਉਹ ਕੱਚਾ ਰੂਪ ਭਲਾ ਕਿੰਨੇ ਪੇਜਾਂ ਦਾ ਉਹ ਅੰਦਾਜ਼ਾ ਮਾਰੋਗੇ, ਕੋਈ ਜਿਹੜੇ ਅੰਦਾਜ਼ਾ ਲਾਓ ਵੀ ਉਹ ਜਿਹੜਾ ਡਰਾਫਟ ਬਣਾਇਆ ਐਜੂਕੇਸ਼ਨ ਪਾਲਿਸੀ ਦਾ ਉਹ ਕਿੰਨੇ ਕੁ ਪੇਜਾਂ ਦਾ ਹੋਊਗਾ? ਪਤਾ ਕੁਛ ਯਾਦ ਨਹੀਂ, ਚਲੋ ਛੱਡੋ। 484 ਪੇਜਾਂ ਦਾ। ਕਿੰਨੇ ਦਾ? 484 ਪੇਜਾਂ ਦਾ ਡਰਾਫਟ ਹੈ ਉਹ। ਅਜੇ ਕਰੋਨਾ ਆਇਆ ਨਹੀਂ, ਅਜੇ ਲਾਕਡਾਊਨ ਲੱਗਿਆ ਨਹੀਂ। ਉਸ ਡਰਾਫਟ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ ਇੱਕ ਗੱਲ ਲਗਾਤਾਰ ਕਹੀ ਗਈ ਉਸ ਡਰਾਫਟ ਵਾਰ-ਵਾਰ ਵੀ ਹੁਣ ਦਾ ਜ਼ਮਾਨਾ ਆਨਲਾਈਨ ਸਿੱਖਿਆ ਦਾ ਜ਼ਮਾਨਾ ਹੈ। ਉਦੋਂ ਅਜੇ ਲਾਕਡਾਊਨ ਨਹੀਂ ਸੀ ਲੱਗਿਆ, ਉਦੋਂ ਅਜੇ ਕਰੋਨਾ ਬਿਮਾਰੀ ਨਹੀਂ ਸੀ ਫੈਲੀ। ਤੇ ਕਿਹਾ ਗਿਆ ਉਸ ਡਰਾਫਟ ਦੇ ਵਿੱਚ ਵੀ
ਹੁਣ ਦਾ ਜ਼ਮਾਨਾ ਆਨਲਾਈਨ ਸਿੱਖਿਆ ਦਾ ਜ਼ਮਾਨਾ ਹੈ। ਅਸੀਂ ਵੱਡੀ ਪੱਧਰ ਦੇ ਉੱਤੇ ਆਨਲਾਈਨ ਸਿੱਖਿਆ ਦੇਵਾਂਗੇ। ਆਹ ਜਿਹੜੀ ਪਾਲਿਸੀ ਅਸੀਂ ਬਣਾਉਣ ਲੱਗਿਆ, ਇਹਦੇ ਰਾਹੀਂ ਆਪਾਂ ਕਹਿੰਦੇ ਆ ਵੀ ਬਿੱਲੀ ਦੇ ਕਰਮਾਂ ਨੂੰ ਛਿੱਕਾ ਟੁੱਟ ਗਿਆ। ਸ਼ਿੱਕੂ ਦੇ ਵਿੱਚ ਰੱਖਿਆ ਹੋਇਆ ਸੀ ਸਮਾਨ, ਬਿੱਲੀ ਵਿਚਾਰੀ ਟੱਪੇ, ਕੁਛ ਬਣੇ ਨਾ, ਅਚਾਨਕ ਉਹ ਕੁਛ ਹੋਇਆ ਤੇ ਉਹ ਟੁੱਟ ਕੇ ਥੱਲੇ ਆ ਗਿਆ ਤੇ ਬਿੱਲੀ ਨੂੰ ਲੱਗ। ਆਹ ਜਿਹੜੇ ਬਿੱਲੇ ਹੈ, ਬਾਹਰ ਬਿੱਲੇ, ਜੰਗਲੀ ਬਿੱਲੇ, ਕਾਰਪੋਰੇਟ ਘਰਾਣੇ, ਇਹਨਾਂ ਨੇ ਆ ਲੱਗਣ ਨਾਲ, ਕਰੋਨਾ ਤੋਂ ਬਾਅਦ ਲਾਕਡਾਊਨ ਲੱਗਣ ਨਾਲ ਇਹਨਾਂ ਦਾ ਛਿੱਕਾ ਟੁੱਟ ਗਿਆ। ਇਹਨਾਂ ਨੇ 4 ਕੰਮ ਕੀਤੇ ਲਗਾਤਾਰ, 4 ਕੰਮ ਕੀਤੇ। ਉਹਨਾਂ ਚਾਰੇ ਕੰਮਾਂ ਦਾ ਮਕਸਦ ਇੱਕੋ ਹੀ ਹੈ। ਇੱਕ ਕੰਮ ਕੀ, ਲਾਕਡਾਊਨ 24 ਮਾਰਚ ਨੂੰ ਲੱਗਦਾ ਹੈ ਤੇ 5 ਜੂਨ ਨੂੰ, 24 ਮਾਰਚ ਤੋਂ ਬਾਅਦ ਅਪ੍ਰੈਲ, ਜਿਹੜੀ ਕਿ ਸਵਾ ਕੁ ਮਹੀਨੇ ਬਾਅਦ 5 ਜੂਨ ਨੂੰ 3 ਖੇਤੀ ਕਾਨੂੰਨਾਂ ਦੇ ਆਰਡੀਨੈਂਸ ਲੈ ਆਉਂਦੀ ਹੈ ਸਰਕਾਰ। ਜੇ ਉਹ ਆਰਡੀਨੈਂਸ ਤੁਸੀਂ ਅੱਜ ਵੀ ਪੜ੍ਹ ਲਓ, ਵਿਹਲੇ ਬਹਿ ਕੇ ਇਕੱਲੇ ਜਣੇ ਆਏ ਪੜ੍ਹ ਕੇ ਦੇਖਿਓ, ਤੁਹਾਨੂੰ ਲੱਗੂਗਾ ਕਿ ਤਾਂ ਬਹੁਤ ਚੰਗੇ ਨੇ, ਬਹੁਤ ਸੋਹਣੀ ਸੋਹਣੀ ਭਾਸ਼ਾ ਲਿਖੀ ਹੋਈ ਹੈ, ਭਾਸ਼ਾ ਦੀਆਂ ਕਮਾਲਾਂ ਕਰੀਆਂ ਹੋਈਆਂ ਨੇ। ਤੇ ਉਸ ਭਾਸ਼ਾ ਦੇ ਵਿੱਚ ਭਲੇਟ ਕੇ ਜਿਹੜੀ ਕੌੜੀ ਕੁੜੀ ਦਿੱਤੀ ਗਈ, ਕੌੜਾ ਜਿਹੜਾ ਕੈਪਸੂਲ ਦੇ ਵਿੱਚ ਕੌੜੀ ਦਵਾਈ ਦਿੱਤੀ ਗਈ, ਉਹ ਦਵਾਈ ਕੀ ਹੈ ਕਿ ਤੁਹਾਡੀ ਜਿਹੜੀ ਫਸਲ ਹੈ ਉਹ ਵੀ ਅਸੀਂ ਕਾਰਪੋਰੇਟਾਂ ਨੂੰ ਮੁਫਤ ਚੁਕਾਉਣੀ ਹੈ, ਤੇ ਤੁਹਾਡੀ ਜ਼ਮੀਨ ਹੈ ਜਿਹੜੀ ਉਹ ਵੀ ਕਾਰਪੋਰੇਟਾਂ ਨੂੰ ਚੁਕਾਉਣੀ ਹੈ। 5 ਜੂਨ ਨੂੰ ਇਹ ਕੰਮ, 29 ਜੁਲਾਈ ਨੂੰ, 5 ਜੂਨ ਤੋਂ ਬਾਅਦ 29 ਜੁਲਾਈ ਨੂੰ ਇੱਕ ਕੰਮ ਕੀਤਾ ਹੋਰ, ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ, ਇਹਨੂੰ ਪੰਜਾਬ ਜਿਹੜੀ ਮੋਦੀ ਦੀ ਕੈਬਨਿਟ ਹੈ, ਉਸ ਕੈਬਨਿਟ ਨੇ ਇਹਨੂੰ ਮਨਜ਼ੂਰ ਕਰਤਾ ਵੀ ਅਸੀਂ ਆਹ ਜਿਹੜੀ ਪਾਲਿਸੀ ਹੈ ਇਹਨੂੰ ਮਨਜ਼ੂਰ ਕਰਦੇ ਹਾਂ। ਇੱਕ ਹੋਰ ਕੀ ਕੀਤਾ ਵੀ ਪਾਰਲੀਮੈਂਟ ਦੇ ਵਿੱਚ ਉਹ ਖੇਤੀ ਕਾਨੂੰਨ ਗਏ, 17 ਸਤੰਬਰ ਨੂੰ ਉਹ ਪਾਸ ਹੁੰਦੇ ਹੈ ਤੇ 20 ਸਤੰਬਰ ਨੂੰ ਜਿਹੜੇ ਮਜ਼ਦੂਰਾਂ ਨੇ ਲੜ ਕੇ ਕਾਨੂੰਨ ਬਣਵਾਏ ਸੀ, ਉਹ ਕਾਨੂੰਨ ਰੱਦ ਕਰਕੇ 4 ਕੋਡ ਬਣਾਤੇ। ਮਜ਼ਦੂਰ ਜਿਹੜੇ ਹੈ ਉਹ ਸੰਗਠਿਤ ਨਹੀਂ ਹੋ ਸਕਦੇ। ਜਿਹੜੇ ਅਸੀਂ ਅੰਗਰੇਜ਼ਾਂ ਦੇ ਨਾਲ ਲੜ ਕੇ ਬਣਵਾਏ ਸੀ, ਇਸ ਕਾਲੇ ਅੰਗਰੇਜ਼ ਨੇ ਉਹ ਕਾਨੂੰਨ ਖਤਮ ਕਰਕੇ ਮਜ਼ਦੂਰਾਂ ਦੇ ਹੱਕ ਖੋਲੇ। ਸੋ ਉਹ ਜਿਹੜਾ ਛਿੱਕਾ ਟੁੱਟਿਆ, ਜਿਹੜਾ ਲਾਕਡਾਊਨ ਆਇਆ, ਉਸ ਲਾਕਡਾਊਨ ਦੇ ਵਿੱਚ ਭਾਰਤ ਦੇ ਲੋਕਾਂ ਦੇ ਉੱਤੇ ਐਡਾ ਵੱਡਾ ਹੱਲਾ ਹਰ ਪਾਸਿਓਂ ਬੋਲਤਾ ਮੋਦੀ ਨੇ, ਸਾਡੀ ਵਿੱਦਿਆ ਨੀਤੀ ਦੇ ਤੌਰ ਤੇ ਵੀ, ਖੇਤੀ ਕਾਨੂੰਨਾਂ ਦੇ ਤੌਰ ਤੇ ਵੀ, ਤੇ ਲੇਬਰ ਕਾਨੂੰਨਾਂ ਦੇ ਤੌਰ ਤੇ ਵੀ। ਹੁਣ ਇਹ ਜਿਹੜੀ ਨੀਤੀ ਹੈ, ਇਹਦੀਆਂ ਵੱਡੀਆਂ ਵੱਡੀਆਂ ਗੱਲਾਂ, ਇਹਦੀਆਂ ਵੱਡੀਆਂ ਵੱਡੀਆਂ ਗੱਲਾਂ, ਇਹਦੇ 'ਚ ਮੋਦੀ ਸਾਹਿਬ ਇਸ ਨੀਤੀ ਦੇ ਬਣਨ ਤੋਂ ਥੋੜੇ ਦਿਨ ਪਹਿਲਾਂ ਕਹਿੰਦੇ ਅਸੀਂ ਇੱਕ ਵਿੱਦਿਆ ਦੀ ਨੀਤੀ ਲੈ ਕੇ ਆ ਰਹੇ ਹਾਂ। ਇਸ ਨੀਤੀ ਨਾਲ ਸਾਡੀ ਜਿਹੜੀ ਭਾਰਤ ਦੀ ਸਿੱਖਿਆ ਹੈ, ਇਹ ਦੁਨੀਆ ਭਰ ਦੀ ਸਿੱਖਿਆ ਦਾ ਮੁਕਾਬਲਾ ਕਰੂਗੀ, ਉਹਦੇ ਤੋਂ ਤਾਹਾਂ ਜਾਊਗੀ। ਤੇ ਇਹ ਜਿਹੜੀ ਸਿੱਖਿਆ ਸਾਡੀ, ਇਹਦੇ 'ਚ ਅਸੀਂ ਜਿਹੜੀਆਂ ਉੱਪਰ ਟੌਪ ਰੈਂਕਿੰਗ 100 ਯੂਨੀਵਰਸਿਟੀਆਂ ਨੇ, ਉਹਨਾਂ 'ਚ ਸਾਡੀਆਂ ਭਾਰਤੀ ਯੂਨੀਵਰਸਿਟੀਆਂ ਲੈ ਕੇ ਜਾਵਾਂਗੇ। ਤੇ ਹੋਰ ਇਹਦੇ ਵਿੱਚ ਅਸੀਂ ਆਨਲਾਈਨ ਸਿੱਖਿਆ ਨੂੰ ਮੁੱਖ ਰੂਪ ਦੇਵਾਂਗੇ। ਇਹ 11 ਜੂਨ ਨੂੰ ਪ੍ਰਧਾਨ ਮੰਤਰੀ ਜੀ ਫਰਮਾਉਂਦੇ ਹੈ ਇਹ ਗੱਲ। 11 ਜੂਨ 2020 ਨੂੰ ਪ੍ਰਧਾਨ ਮੰਤਰੀ ਜੀ ਨੇ ਇਹ ਜਿਹੜੇ ਐਲਾਨ ਛੱਡੇ, ਰਿਕਾਰਡ ਸੰਖਿਆ ਵਾਲੇ, ਇਹ ਐਲਾਨ ਛੱਡੇ 11 ਜੂਨ ਨੂੰ ਤੇ 24 ਜੂਨ ਨੂੰ ਇੱਕ ਬਹੁਤ ਵੱਡੀ ਕੰਪਨੀ ਹੈ ਗੂਗਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ, ਗੂਗਲ ਸਰਚ ਸਾਰੇ ਮਾਰਦੇ ਨੇ। ਗੂਗਲ ਜਿਹੜੀ ਵੱਡੀ ਕੰਪਨੀ ਹੈ, ਉਹਦਾ ਜਿਹੜਾ ਸਭ ਤੋਂ ਵੱਡਾ ਅਧਿਕਾਰੀ ਹੈ, ਜਿਹਨੂੰ CEO ਕਹਿੰਦੇ ਆ, ਚੀਫ ਐਗਜ਼ੀਕਿਊਟਿਵ ਆਫਿਸਰ, CEO ਗੂਗਲ ਦਾ, ਉਹ CEO ਅਮਰੀਕਾ ਤੋਂ ਭੱਜਿਆ ਹੁੰਦਾ ਇੱਥੇ ਭਾਰਤ ਦੇ ਵਿੱਚ। ਤੇ ਜਿਹੜਾ ਅੰਬਾਨੀ ਹੈ, ਉਹਦੀ ਰਿਲਾਇੰਸ ਕੰਪਨੀ ਨਾਲ ਬੈਠ ਕੇ ਸਮਝੌਤਾ ਕਰਦਾ ਹੈ ਵੀ ਲੈ 15 ਅਰਬ ਡਾਲਰ ਮੈਂ ਤੇਰੇ ਇੱਥੇ ਖਰਚਾ ਕਰੂੰਗਾ
ਕਿਉਂਕਿ ਭਾਰਤ ਦੇ ਵਿੱਚ ਆਨਲਾਈਨ ਸਿੱਖਿਆ ਹੋਣ ਨਾਲ ਕੰਪਿਊਟਰ, ਲੈਪਟਾਪ, ਆਪਣਾ ਦੂਜਾ ਮੋਬਾਈਲ ਫੋਨ ਤੇ ਬਹੁਤ ਸਾਰਾ ਨੈਟਵਰਕ, ਬਹੁਤ ਚੀਜ਼ਾਂ ਹੋਰ ਚਾਹੀਦੀਆਂ ਨੇ। 15 ਅਰਬ ਡਾਲਰ ਦੇ ਵਿੱਚ ਉਹਨਾਂ ਨੇ ਕਰਤਾ ਵੀ 15 ਅਰਬ ਡਾਲਰ ਮੈਂ ਲਾਉਂਦੇ। ਹੁਣ ਤੁਸੀਂ ਸੋਚਿਓ ਵੀ ਇਹ ਵਿੱਦਿਆ ਦੇਣ ਵਾਸਤੇ ਕਰਿਆ ਸੀ ਜਾਂ ਕੁਝ ਹੋਰ? ਇਹ ਸਾਡੇ ਲਈ ਕਰਿਆ, ਭਾਰਤ ਦੇ ਲੋਕਾਂ ਲਈ, ਭਾਰਤ ਦੇ ਵਿਦਿਆਰਥੀਆਂ ਲਈ ਕਰਿਆ, ਜਾਂ ਕਾਰਪੋਰੇਟ ਘਰਾਣੇ ਲਈ ਕਰਿਆ? ਇਹ ਸਿੱਖਿਆ ਨੀਤੀ ਕਿਹਦੇ ਵਾਸਤੇ ਬਣਾਈ ਗਈ? ਕਿਹਨੂੰ ਫਾਇਦਾ ਦੇਣ ਲਈ ਬਣਾਈ ਗਈ ਸਿੱਖਿਆ ਨੀਤੀ? ਜਰਾ ਦੱਸਿਓ ਭਲਾ ਪਲੀਜ਼। ਕੋਈ ਜਣਾ ਹੱਥ ਖੜਾ ਕਰ ਦਿਓ। ਕੋਈ ਐਨੀਵਨ, ਤੂੰ ਬਸ ਖੜੀ ਕਰ। ਹਾਂ ਸ਼ਾਬਾਸ਼, ਸਾਰਿਆਂ ਨੂੰ ਦੱਸ ਦੇ ਬੱਚਾ। ਕਾਰਪੋਰੇਟ ਘਰਾਣਿਆਂ ਨੂੰ। ਇਹ ਸਿੱਖਿਆ ਨੀਤੀ ਕਿਹਦੇ ਫਾਇਦੇ ਲਈ ਬਣਾਈ? ਕਾਰਪੋਰੇਟ ਘਰਾਣਿਆਂ ਦੇ ਫਾਇਦੇ। ਖੇਤੀ ਕਾਨੂੰਨ ਕਿਹਦੇ ਲਈ ਬਣਾਏ? ਕਾਰਪੋਰੇਟ ਘਰਾਣਿਆਂ ਲਈ। ਲੇਬਰ ਕਾਨੂੰਨ ਕਿਹਦੇ ਲਈ ਖਤਮ ਕੀਤੇ? ਕਾਰਪੋਰੇਟ ਘਰਾਣਿਆਂ ਲਈ। ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਕਿਸੇ ਵੀ ਦੇਸ਼ ਦੀ ਜਿਹੜੀ ਨੀਤੀ ਹੈ ਉੱਥੇ ਰਾਜ ਕਰਨ ਵਾਲੀ ਜਮਾਤ ਦੇ ਹਿੱਤਾਂ ਵਾਸਤੇ ਬਣਾਈ ਜਾਂਦੀ ਹੈ। ਸਾਡੇ ਇੱਥੇ ਜਿਹੜੀ ਜਮਾਤ ਹੈ ਉਸ ਦੇ ਹਿੱਤਾਂ ਲਈ ਇਹ ਕਾਰਪੋਰੇਟਾਂ ਦੇ ਪੱਖ ਦੀ ਵਿੱਦਿਆ ਨੀਤੀ ਬਣਾਈ ਗਈ। ਅਗਲੀ ਇੱਕ ਹੋਰ ਖੂਬਸੂਰਤ ਗੱਲ ਤੁਹਾਡੇ ਨਾਲ ਸਾਂਝੀ ਕਰਦੇ। ਪ੍ਰਧਾਨ ਮੰਤਰੀ ਜੀ ਨੇ 11 ਜੂਨ ਨੂੰ ਇਹ ਭਾਸ਼ਣ ਦੇ ਵਿੱਚ ਕਿਹਾ ਵੀ ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਭਰ ਬਣਾ ਲਿਆ। ਲੱਗਦਾ ਹੈ ਵੀ ਜਿਵੇਂ ਪਹਿਲਾਂ ਭਾਰਤ ਬਹੁਤ ਜ਼ਿਆਦਾ ਦੂਜਿਆਂ ਤੇ ਨਿਰਭਰ ਹੈ, ਆਪਣੇ ਖੁਦ ਤੇ ਨਿਰਭਰ ਨਹੀਂ। ਆ ਜਿਹੜੇ ਪਹਿਲਾਂ ਵੱਡੇ ਵੱਡੇ ਡੈਮ ਬਣੇ, ਬਾਕੀ ਚੀਜ਼ਾਂ ਹੋਈਆਂ, ਉਹ ਆਤਮ ਨਿਰਭਰ ਵਾਲੇ ਪਾਸੇ ਸੀ। ਇਹ ਵੇਚਣ ਵਾਲੇ ਪਾਸੇ ਤੁਰਿਆ ਹੋਇਆ ਤੇ ਵੇਚ ਕੇ ਕਹਿ ਰਿਹਾ ਆਤਮ ਨਿਰਭਰ ਹੋਣਾ ਹੈ। ਵੀ ਜਾਨੀ ਜਿਹੜੀਆਂ ਚੀਜ਼ਾਂ ਸਾਡੇ ਦੇਸ਼ ਦੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਵੇਚ ਦੇਣਾ ਤੇ ਕਾਰਪੋਰੇਟਾਂ ਨਾਲ ਦੂਜੀਆਂ ਚੀਜ਼ਾਂ ਬਣਾ ਲੈਣੀਆਂ ਨੇ। ਕਹਿ ਰਿਹਾ ਆਤਮ ਨਿਰਭਰ ਹੋਣਾ। ਮਤਲਬ ਇਸ ਕਿਸਮ ਦਾ ਪ੍ਰਧਾਨ ਮੰਤਰੀ ਤੇ ਇਸ ਕਿਸਮ ਦੀ ਸਰਕਾਰ ਜਿਹੜੀ ਸ਼ਰੇਆਮ ਅੱਧੀ ਰਾਤ ਨੂੰ ਕਹੇ ਵੀ ਹੁਣ ਤਾਂ ਬਹੁਤ ਵੱਡਾ ਸੋਹਣਾ ਸੂਰਜ ਚੜਿਆ ਹੋਇਆ ਤੇ ਲੋਕ ਤਾੜੀਆਂ ਮਾਰਨ ਵੀ ਹਾਂ ਕਿਆ ਬਾਤ ਹੈ, ਸੂਰਜ ਤਾਂ ਹਰ ਪਾਸੇ ਚੜਿਆ, ਫਿਰ ਤਾਂ ਇਕੱਲੇ ਚੋਰੀ ਚੜਿਆ ਤਾਂ ਹਰ ਸਾਲ ਜਿਹੜੀ ਬਾਤੀ ਝਾੜ ਲਓ ਵੀ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤਾਂ ਸੂਰਜ ਦਿਸਦਾ। ਸੋ ਇਹ ਜਿਹੜੀ ਗੱਲ ਹੈ, ਉਸ ਤੋਂ ਬਾਅਦ ਵਰਲਡ ਬੈਂਕ ਦਾ ਬੰਦਾ ਆਉਂਦਾ ਹੈ। ਉਹ ਸਾਡੇ ਦੇਸ਼ ਦੀ ਸਿੱਖਿਆ ਦੇ ਲਈ ਵੱਡਾ ਸਾਰਾ ਲੋਨ ਦੇ ਕੇ ਜਾਂਦਾ ਹੈ। ਦੇਸ਼ ਬਣਾਇਆ ਜਾ ਹੈ ਆਤਮ ਨਿਰਭਰ। 15 ਦਿਨਾਂ ਬਾਅਦ ਵਰਲਡ ਬੈਂਕ ਦਾ ਬੰਦਾ ਆਉਂਦਾ ਹੈ ਤੇ ਸਾਡੇ ਦੇਸ਼ ਦੀ ਸਿੱਖਿਆ ਵਾਸਤੇ ਲੋਨ ਮਨਜ਼ੂਰ ਕਰਕੇ ਚਲਾ ਜਾਂਦਾ ਹੈ। ਹੁਣ ਦੱਸੋ ਇਹ ਆਤਮ ਨਿਰਭਰ ਹੋਇਆ ਜਾਂ ਵਰਲਡ ਬੈਂਕ ਤੇ ਨਿਰਭਰ ਹੋਇਆ? ਵਰਲਡ ਬੈਂਕ ਦੇ ਵਿੱਚ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਪੈਸਾ ਹੈ। ਇਹਦਾ ਮਤਲਬ ਹੈ ਵੀ ਸਾਡੇ ਦੇਸ਼ ਦੀ ਇਹ ਨੀਤੀ ਸਾਡੇ ਦੇਸ਼ ਦੇ ਲੋਕਾਂ ਲਈ ਨਹੀਂ, ਸਾਡੇ ਵਿਦਿਆਰਥੀਆਂ ਲਈ ਨਹੀਂ, ਕਾਰਪੋਰੇਟ ਘਰਾਣਿਆਂ ਲਈ ਨੀਤੀ। ਸੋ ਇਸੇ ਤਰ੍ਹਾਂ ਪਹਿਲਾਂ 1993 ਤੋਂ ਲੈ ਕੇ 2002 ਤੱਕ ਵਰਲਡ ਬੈਂਕ ਨੇ ਇੱਕ ਪ੍ਰੋਗਰਾਮ ਚਲਾਇਆ ਸੀ। ਉਸ ਪ੍ਰੋਗਰਾਮ ਦਾ ਨਾਮ ਸੀ DPEP ਡਿਸਟ੍ਰਿਕਟ ਪ੍ਰਾਇਮਰੀ ਐਜੂਕੇਸ਼ਨ ਪ੍ਰੋਗਰਾਮ। ਉਹ ਦੇਸ਼ ਦੇ 60 ਜ਼ਿਲ੍ਹਿਆਂ 'ਚ ਚੱਲਿਆ। ਜਿਨ੍ਹਾਂ ਜ਼ਿਲ੍ਹਿਆਂ 'ਚ ਚੱਲਿਆ ਉੱਥੇ ਦੀ ਪ੍ਰਾਇਮਰੀ ਸਿੱਖਿਆ ਦਾ ਭੱਠਾ ਗੁੱਲ ਹੋ ਗਿਆ ਬਿਲਕੁਲ, ਕਿਉਂਕਿ ਟੀਚਰ ਭਰਤੀ ਕਰਨੇ ਬੰਦ, ਬਾਕੀ ਇਨਫਾਰਮਲ ਜਾਂ ਬੰਦਾ ਕਰ ਲਿਆ, ਆਹ ਚਲਾ ਲਿਆ, ਸਰਵ ਸਿੱਖਿਆ ਅਭਿਆਨ ਚਲਾ ਲਿਆ, ਫਲਾਣਾ ਚਲਾ ਲਿਆ। ਅਸਲੀ ਜਿਹੜੀ ਸਿੱਖਿਆ ਹੈ ਉਹ ਇਗਨੋਰ ਹੋ ਗਈ, ਉਹਦਾ ਸਤਿਆਨਾਸ਼ ਮਾਰਤਾ ਵਰਲਡ ਬੈਂਕ ਦੇ ਫਾਰਮੂਲਿਆਂ ਨੇ। ਕਿਉਂਕਿ ਵਰਲਡ ਬੈਂਕ ਕਦੋਂ ਚਾਹੂਗੀ ਤੁਸੀਂ ਪੜ੍ਹੋ, ਜਿੱਦਾਂ ਪਹਿਲਾਂ ਨਹੀਂ ਸੀ ਚਾਹੁੰਦੇ ਵੀ ਜਿਹੜੇ ਦੂਜੇ ਲੋਕ ਨੇ ਉਹ ਪੜ੍ਹਨ, ਗਿਆਨਵਾਨ ਹੋਣ। ਅੱਜ ਦੇ ਕਾਰਪੋਰੇਟ ਘਰਾਣੇ ਤੇ ਅਮੀਰ ਲੋਕ ਨਹੀਂ ਚਾਹੁੰਦੇ ਕਿ ਭਾਰਤ ਦੇ ਲੋਕ ਪੜ੍ਹਨ ਤੇ ਗਿਆਨਵਾਨ। ਅਗਲੀ ਗੱਲ, ਉਦੋਂ ਜਿਹੜਾ ਐਲਾਨ ਸੀਗਾ ਉਹਦਾ ਓਪਨ ਐਲਾਨ ਸੀ ਵੀ ਸ਼ੂਦਰ ਪੜ੍ਹ ਨਹੀਂ ਸਕਦਾ। ਜੇ ਕਿਤੇ ਉਹਦੇ ਤੁਰੇ ਜਾਂਦੇ ਨੇ ਕੰਨ 'ਚ ਕੋਈ ਪੈ ਗਈ ਗਿਆਨ ਦੀ ਗੱਲ ਤਾਂ ਉਹਦੇ ਕੰਨ 'ਚ ਸਿੱਕਾ ਢਾਲ ਗਿਆਨ ਨਹੀਂ ਉਹਨਾਂ ਨੂੰ। ਔਰਤ ਦੇ ਦਿਮਾਗ 'ਚ ਗਿਆਨ ਦੀ ਗੱਲ ਨਹੀਂ ਵੜਨੀ ਚਾਹੀਦੀ, ਇਹ ਤਾਂ ਇੱਦਾਂ ਹੀ ਰੱਖਣਾ ਚਾਹੀਦਾ। ਸੋ ਹੁਣ ਕਹਿਣ ਨੂੰ ਇਹ ਹੈ ਵੀ ਅਸੀਂ ਪੜ੍ਹਾਉਣਾ ਹੈ,
ਪੜ੍ਹਾਉਣ ਦੇ ਨਾਂ ਦੇ ਉੱਤੇ ਅਨਪੜ੍ਹ ਰੱਖਣੇ ਆ ਲੋਕ। ਉਹ ਸਕੀਮਾਂ ਕੀ ਬਣ, ਉਹ ਸਕੀਮਾਂ ਦੇ ਵਿੱਚ ਇੱਕ ਸਕੀਮ ਸਾਡੀ ਆ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ। ਇਸ ਪਾਲਿਸੀ ਦੇ ਵਿੱਚ ਅਗਲੀ ਵੀ ਇਹਦੇ ਵਿੱਚ ਹਾਇਰ ਐਜੂਕੇਸ਼ਨ ਬਾਰੇ, ਹਾਇਰ ਐਜੂਕੇਸ਼ਨ ਦੇ ਵਿੱਚ ਕਾਲਜਾਂ ਯੂਨੀਵਰਸਿਟੀਆਂ ਦਾ ਹਿਸਾਬ ਕਿਤਾਬ ਹੁੰਦਾ ਹੈਗਾ। ਉਸ ਦੇ ਵਿੱਚ ਇੱਕ ਹੁੰਦੀ ਹੈ GER, GER ਨਾ ਸੁਣ ਲਿਓ ਪੁੱਤ, ਤੁਹਾਡੇ ਕਹਾਂ ਤੋਂ ਕੰਮ ਆਊਗਾ। GER, G ਦਾ ਮਤਲਬ ਗ੍ਰਾਸ, E ਦਾ ਮਤਲਬ ਐਨਰੋਲਮੈਂਟ, R ਦਾ ਮਤਲਬ ਰੇਸ਼ੋ। ਗ੍ਰਾਸ ਐਨਰੋਲਮੈਂਟ ਰੇਸ਼ੋ ਇਹਦਾ ਨਾਮ। ਗ੍ਰਾਸ ਐਨਰੋਲਮੈਂਟ ਰੇਸ਼ੋ ਕੀ ਹੈ ਵੀ ਮੰਨ ਲਓ ਕਾਲਜ ਦੇ ਵਿੱਚ 12ਵੀਂ ਤੋਂ ਬਾਅਦ, ਯਾਨੀ 12ਵੀਂ ਤੇ 5 ਸਾਲ ਹੋਰ 17 ਸਾਲ ਤੋਂ ਉੱਪਰ ਦੀ ਉਮਰ ਦੇ ਮੁੰਡੇ ਜਾਂ ਕੁੜੀਆਂ ਟੋਟਲ ਵਸੋਂ ਕਿੰਨੀ ਹੈ, ਉਹਦੇ ਚੋਂ ਕਿੰਨੀ ਵਸੋਂ ਸਾਡੀ ਕਾਲਜਾਂ ਜਾਂਦੀ ਹੈ ਪੜ੍ਹਨ, ਉਹ ਰੇਸ਼ੋ। ਜਿਹੜੇ ਪੜ੍ਹਨ ਜਾਂਦੇ ਆ ਬਟ ਟੋਟਲ ਵਸੋਂ ਕਿੰਨੀ ਹੈ ਉਸ ਉਮਰ ਦੀ, ਇਹਨੂੰ ਅਸੀਂ GER। ਸਾਡੇ ਦੇਸ਼ ਦੀ GER ਜਿਹੜੇ ਬਾਕੀ ਮੁਲਕ ਹੈ ਉਹਨਾਂ ਨਾਲੋਂ ਬਹੁਤ ਥੱਲੇ ਹੈ। ਉਹ ਕਹਿੰਦੇ ਵੀ ਅਸੀਂ GER ਵਧਾਉਣੀ ਹੈ। ਦੇਸ਼ ਦੀ ਸਰਕਾਰ ਕਹਿੰਦੀ ਹੈ ਇਸ ਪਾਲਿਸੀ ਨਾਲ ਵਧਾਉਣੀ ਕਿਵੇਂ ਹੈ, ਉਹਦਾ ਕੀ ਫਾਰਮੂਲਾ ਹੁੰਦਾ ਹੈ, ਉਹ ਜਰਾ ਸੁਣੋ। ਉਹ ਕਹਿੰਦਾ ਜਿਹੜੀ ਆਹ ਨੀਤੀ ਹੈ ਸਾਡੀ, ਆਹ ਨੀਤੀ ਪੁੱਤ ਆਹ ਹੈ ਅਸਲ ਆਹ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਆਹ ਹੈ। ਇਹ ਕੁੱਲ 66 ਪੇਜਾਂ ਦੀ ਨੀਤੀ ਹੈ। ਇਹਦੇ 34ਵੇਂ ਪੇਜ ਤੇ ਲਿਖਿਆ ਹੈ, ਇਸ ਦੇ ਉੱਤੇ ਇਹਦੇ 34ਵੇਂ ਪੇਜ ਤੇ ਲਿਖਿਆ ਹੈ ਵੀ ਅਸੀਂ ਦੇਸ਼ ਦੇ ਵਿੱਚ ਬਹੁਤ ਵੱਡੇ ਹਰ ਜ਼ਿਲ੍ਹੇ 'ਚ ਇੱਕ ਮਲਟੀ ਡਿਸਪਲਿਨਰੀ ਕਾਲਜ ਖੋਲ੍ਹਣਾ ਚਾਹੁੰਦੇ। ਮਲਟੀ ਡਿਸਪਲਿਨਰੀ ਕਾਲਜ ਦਾ ਮਤਲਬ ਹੈ ਵੀ ਉਹ ਕਾਲਜ ਜਿੱਥੇ ਆਰਟਸ ਵੀ ਪੜ੍ਹਾਇਆ ਜਾਵੇ, ਸਾਇੰਸ ਵੀ ਪੜ੍ਹਾਈ ਜਾਵੇ, ਕਮਰਸ ਵੀ ਪੜ੍ਹਾਇਆ ਜਾਵੇ ਤੇ ਦੂਜੀਆਂ ਹੋਰ ਸਬਜੈਕਟ ਬਾਕੀ ਵੀ ਪੜ੍ਹਾਏ ਜਾਣ, ਮੈਡੀਕਲ ਵੀ ਪੜ੍ਹਾਇਆ ਜਾਵੇ, ਉਹ ਖੋਲ੍ਹਣਾ ਹਰ ਜ਼ਿਲ੍ਹੇ 'ਚ ਇੱਕ। ਇਹ ਨਹੀਂ ਲਿਖਿਆ ਵੀ ਨਵਾਂ ਖੋਲ੍ਹਣਾ ਹੈ ਕਿ ਪੁਰਾਣੇ ਨੂੰ ਇਹ ਬਣਾਉਣਾ ਹੈ, ਇਹ ਵੀ ਨਹੀਂ ਕਿਤੇ ਲਿਖਿਆ, ਇਹ ਲਿਖਿਆ ਨਹੀਂ ਹੋਇਆ ਇਹਦੇ ਵਿੱਚ। ਇੱਕ ਇਹ ਲਾਰਾ ਸਿੱਟਾ ਵੀ ਆਹ ਕਰਨਾ ਹੈ ਮਲਟੀ। ਕਿਉਂ ਕਰਨਾ ਹੈ? ਕਹਿੰਦੇ ਸਾਡੇ ਜਿਹੜਾ ਪੁਰਾਤਨ ਭਾਰਤ ਸੀਗਾ, ਪੁਰਾਤਨ ਭਾਰਤ ਦੇ ਵਿੱਚ ਸਾਡੀਆਂ ਬਹੁਤ ਵੱਡੀਆਂ ਯੂਨੀਵਰਸਿਟੀਆਂ ਸੀ। ਇੱਕ ਨਲੰਦਾ ਸੀ, ਇੱਕ ਤਕਸ਼ਲਾ ਸੀ, 2 ਹੋਰ ਸੀਗੀਆਂ। ਉਹਨਾਂ ਦੇ ਵਿੱਚ ਦੂਰੋਂ ਦੁਨੀਆ ਭਰ ਦੇ ਬੰਦੇ ਆਉਂਦੇ ਸੀ, ਪੜ੍ਹਦੇ ਸੀ। ਇਹ ਕਿਤੇ ਨਹੀਂ ਲਿਖਿਆ ਵੀ ਉਹਨਾਂ ਨਲੰਦਾ ਤੇ ਤਕਸ਼ਲਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਦਲਿਤ ਪਰਿਵਾਰਾਂ ਦੇ, ਸ਼ੂਦਰਾਂ ਦੇ, ਆਮ ਲੋਕਾਂ ਦੇ ਬੱਚੇ ਪੜ੍ਹ ਵੀ ਨਹੀਂ ਸਕਦੇ, ਨੇੜੇ ਨਹੀਂ ਸੀ ਜਾ ਸਕਦੇ। ਇਹ ਨਹੀਂ ਦੱਸਿਆ ਕਿ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਸਾਡੀ ਇੱਕ ਵੀ ਕੁੜੀ ਨਹੀਂ ਸੀ ਪੜ੍ਹਦੀ। ਇਹ ਨਹੀਂ ਦੱਸਿਆ। ਮਾਡਲ ਸਾਡਾ ਉਹ ਹੈ, ਬਣਾਉਣਾ ਅਸੀਂ ਉਹ ਚਾਹੁੰਦੇ ਹਾਂ ਜਿਸ ਮਾਡਲ ਦੇ ਵਿੱਚ ਨਾ ਔਰਤਾਂ ਨੂੰ ਪੜ੍ਹਨ ਦਾ ਹੱਕ ਹੈ ਤੇ ਨਾ ਗਰੀਬ ਲੋਕਾਂ ਨੂੰ, ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਜਾਣ ਬੁੱਝ ਕੇ ਪਛੜੇ ਰੱਖਿਆ ਹੋਇਆ, ਉਹਨਾਂ ਨੂੰ ਕੋਈ ਹੱਕ ਹੈ ਪੜ੍ਹਨ ਦਾ। ਅਸੀਂ ਬਣਾਉਣਾ ਹੋਊਗਾ ਮਲਟੀ ਡਿਸਪਲਿਨ। ਉਦੋਂ ਫਿਜ਼ਿਕਸ ਨਹੀਂ ਸੀ ਹੁੰਦੀ, ਨਲੰਦਾ ਤਕਸ਼ਲਾ ਵੇਲੇ ਕੈਮਿਸਟਰੀ ਨਹੀਂ ਸੀ ਹੁੰਦੀ, ਮੈਡੀਕਲ ਸਾਇੰਸ ਇਸ ਤਰ੍ਹਾਂ ਦੀ ਨਹੀਂ ਸੀ ਉਸ ਟਾਈਮ। ਉਦੋਂ ਵੱਧ ਤੋਂ ਵੱਧ ਐਸਟਰੋਨੋਮੀ ਸੀ, ਜਿਹੜੀ ਤਾਰਿਆਂ ਬਾਰੇ ਗਿਆਨ ਐਸਟਰੋਨੋਮੀ ਉਹ ਵਿਗਿਆਨ ਹੈ। ਇੱਕ ਲੋਕ ਕਹਿੰਦੇ ਐਸਟਰੋਲੋਜੀ ਮਤਲਬ ਕਿ ਜਿਹਨੂੰ ਆਪਾਂ ਆਹ ਦੂਜਾ ਕਿਹੜਾ ਕਹਿੰਦੇ ਆ, ਹੱਥ ਦੇਖਣ ਵਾਲਾ ਕੰਮ ਹੈ, ਵਾਸਤੂ ਸ਼ਾਸਤਰ। ਮੈਂ ਦੱਸ ਦੇਣਾ ਥੋੜੀ ਦੇਰ ਹੁੰਦਾ। ਸੋ ਉਦੋਂ ਉਹ ਹੁੰਦੇ ਸੀ ਵਿਸ਼ੇ। ਫਿਲਾਸਫੀ ਨੂੰ ਇਹ ਸਾਇੰਸ ਕਹਿੰਦੇ ਸੀ ਉਸ ਟਾਈਮ। ਤੇ ਇਹ 3-4 ਗੱਲਾਂ ਹੁੰਦੀਆਂ ਸੀ, ਉਹਨੂੰ ਕਹਿੰਦੇ ਮਲਟੀ ਡਿਸਪਲਿਨਰੀ ਹੋਇਆ ਕਰਦੀਆਂ ਸੀ। ਅੱਜ ਮੇਰੀ ਫਿਜ਼ਿਕਸ ਦਾ ਵਿਸ਼ਾ ਦੇ, ਜੇ ਆਪਾਂ ਲੈ ਲਈਏ, ਮੈਂ ਫਿਜ਼ਿਕਸ ਪੜ੍ਹਾਈ ਹੈ ਕਿਉਂਕਿ ਕੁਛ ਦੇਰ 30-35 ਸਾਲ, ਤੇ ਫਿਜ਼ਿਕਸ ਦੇ ਹੀ ਬ੍ਰਾਂਚਾਂ ਕਿੰਨੀਆਂ ਨੇ? ਸਾਡੀ ਕੈਮਿਸਟਰੀ ਦੀਆਂ ਬ੍ਰਾਂਚਾਂ 10 ਨੇ ਤਕਰੀਬਨ, ਮੈਥ ਦੀਆਂ ਬ੍ਰਾਂਚਾਂ ਬਹੁਤ ਨੇ,
ਐਸਟ੍ਰੋਨੋਮੀ ਦੀਆਂ ਆਪਣੀਆਂ ਬ੍ਰਾਂਚਾਂ ਕਿੰਨੀਆਂ ਨੇ, ਤੇ ਜਿਹੜਾ ਹੈਗਾ ਆਪਣਾ ਬਾਕੀ ਹੋਰ ਸਾਇੰਸ ਸਾਡੀ ਬਾਇਓਲੋਜੀ ਉਹਦੀਆਂ ਬ੍ਰਾਂਚਾਂ ਕਿੰਨੀਆਂ ਨੇ, ਮੈਡੀਕਲ ਸਾਇੰਸ ਦੇ ਆਪਦੇ ਅੰਦਰ ਕਿੰਨੀਆਂ ਬ੍ਰਾਂਚਾਂ ਨੇ। ਤੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਇੱਕ ਕਾਲਜ ਬਣਾਈਏ ਜਿੱਥੇ ਵਿਦਿਆਰਥੀ ਫਿਜ਼ਿਕਸ ਵੀ ਪੜ੍ਹ ਰਹੇ ਹੈ ਤੇ ਪੋਲੀਟੀਕਲ ਸਾਇੰਸ ਵੀ ਪੜ੍ਹ ਰਹੇ। ਉਹ ਕਹਿੰਦੇ ਬਹੁਤ ਚੰਗਾ ਹੋਊਗਾ, ਵਧੀਆ ਹੋਊਗਾ। ਮੈਂ ਇਹਦੇ ਖਿਲਾਫ ਨਹੀਂ, ਪਰ ਇਹਦੇ ਨਾਂ ਤੇ ਕਰ ਕੀ ਰਹੇ ਆ। ਉਹ ਕਹਿੰਦੇ ਅਸੀਂ ਅਜਿਹਾ ਕਾਲਜ ਖੋਲਾਂਗੇ ਜਿਹਦੇ 'ਚ ਘੱਟੋ ਘੱਟ ਗਿਣਤੀ 3000 ਹੋਵੇ, 3000 ਗਿਣਤੀ ਵਾਲੇ ਕਾਲਜ ਬਣਾਵਾਂਗੇ। ਤੁਸੀਂ ਪੰਜਾਬ ਦੇ ਵਿੱਚ ਇਧਰੋਂ ਤਲਵਾੜੇ ਤੋਂ ਸ਼ੁਰੂ ਹੋ ਜਿਓ ਤੇ ਉਹ ਅਬੋਹਰ ਗੰਗਾ ਨਗਰ ਦੇ ਨੇੜੇ ਜਾ ਪਹੁੰਚਿਓ ਫਾਜ਼ਿਲਕਾ, ਇਧਰਲੇ ਪਾਸੇ ਅਜਨਾਲੇ ਤੋਂ ਸ਼ੁਰੂ ਹੋ ਜਿਓ ਤੇ ਪਟਿਆਲੇ ਰਾਜਪੁਰੇ ਡੇਰਾਬੱਸੀ ਤੱਕ ਪਹੁੰਚ ਜਿਓ। ਤੁਹਾਨੂੰ 3 ਜਾਂ 4 ਕਾਲਜਾਂ ਤੋਂ ਵੱਧ ਕਾਲਜ ਨਹੀਂ ਮਿਲਣੇ ਜਿੱਥੇ 3000 ਤੋਂ ਵੱਧ ਗਿਣਤੀ ਹੈ। ਸਾਰੇ ਪੰਜਾਬ ਦੇ ਵਿੱਚ ਇੱਥੇ ਦਾ ਡੀਏਵੀ ਕਾਲਜ ਹੋ ਸਕਦਾ 3000 ਤੋਂ ਵੱਧ ਗਿਣਤੀ ਹੋਵੇ। ਜਿਹੜਾ ਲਾਇਲਪੁਰ ਖਾਲਸਾ ਕਾਲਜ ਹੈ ਹੋ ਸਕਦਾ 3000 ਗਿਣਤੀ ਹੋਵੇ। ਜਿਹੜੇ ਕਾਲਜ ਮੈਂ ਪੜ੍ਹਾਇਆ ਪੰਜਾਬ ਦੇ ਸਰਕਾਰੀ ਕਾਲਜ ਹੈ, ਸਾਰਿਆਂ ਤੋਂ ਵੱਡਾ ਕਾਲਜ ਹੈ, ਉੱਥੇ ਵੀ 3000 ਤੋਂ ਥੋੜ੍ਹਾ ਘੱਟ ਹੀ ਹੈ, 2500 ਹੈ ਗਿਣਤੀ, ਉੱਥੇ ਵੀ 3000 ਗਿਣਤੀ ਨਹੀਂ। ਮਹਿੰਦਰਾ ਕਾਲਜ ਪਟਿਆਲੇ ਵੀ 3000 ਗਿਣਤੀ ਨਹੀਂ। ਯਾਨੀ ਉਹ ਕਾਲਜ ਖੋਲ੍ਹਣੇ ਹੈ, ਉਹ ਹੁਣ ਕੌਣ ਖੋਲ੍ਹੂ? ਸਰਕਾਰ ਤਾਂ ਖੋਲ੍ਹਦੀ ਨਹੀਂ। ਕੌਣ ਖੋਲ੍ਹੂ 3000 ਗਿਣਤੀ ਵਾਲਾ ਵੱਡਾ ਕਾਲਜ? ਦੱਸੋ ਜਰਾ, ਸ਼ਾਬਾਸ਼। ਕਾਰਪੋਰੇਟ ਕੌਣ ਖੋਲ੍ਹੂ ਉਹਨੂੰ? ਇਹਦਾ ਮਤਲਬ ਹੈ ਵੀ ਜਿਹੜੀ ਆ ਲਫਾਜੀ ਹੈ, ਇਸ ਲਫਾਜੀ ਦੇ ਪਿੱਛੇ ਲਿਪਟੀ ਹੋਈ ਕੁੜੀ ਕੀ ਹੈ? ਕੁੜੀ ਇਹ ਹੈ ਵੀ ਜਿਹੜੇ ਆਹ ਛੋਟੇ ਛੋਟੇ ਜਿੱਥੇ 300 ਕੁੜੀਆਂ ਪੜ੍ਹਦੀਆਂ ਨੇ, 400 ਕੁੜੀਆਂ ਪੜ੍ਹਦੀਆਂ ਨੇ, ਛੋਟੇ ਛੋਟੇ ਕਾਲਜ ਬੰਦ ਬੰਦ ਬੰਦ। ਜਿੱਥੇ ਹੋਰ ਆ ਕੁਛ ਮੁੰਡੇ ਕੁੜੀਆਂ ਕੋਈ ਪੜ੍ਹਦੇ ਹੈ, ਕੋਈ ਪ੍ਰਾਈਵੇਟ ਨੇ, ਕੋਈ ਸਰਕਾਰੀ ਨੇ, ਸਾਰੇ ਬੰਦ, ਕਿਉਂਕਿ ਉਹ 3000 ਦੀ ਮਲਟੀ ਡਿਸਪਲਿਨਰੀ ਕਾਲਜ ਨਹੀਂ ਹੈ। ਜਿਹੜੇ ਬੀਐਡ ਕਾਲਜ ਆ ਉਹ ਤਾਂ ਇਕੱਲੇ ਹੀ ਐਜੂਕੇਸ਼ਨ ਹੈ, ਹੋਰ ਤਾਂ ਕੋਈ ਹੈ ਹੀ ਨਹੀਂ। ਇਹਦਾ ਮਤਲਬ ਸਾਰੇ ਹੀ ਬੰਦ। ਮੈਡੀਕਲ ਕਾਲਜ ਉਹ ਸਿੰਗਲ ਫੈਕਲਟੀ ਹੈ, ਇਹਦਾ ਮਤਲਬ ਉਹ ਬੰਦ। ਇਹ ਐਜੂਕੇਸ਼ਨ ਪਾਲਿਸੀ, ਐਜੂਕੇਸ਼ਨ ਦੇਣ ਦੇ ਨਾਂ ਦੇ ਉੱਤੇ ਐਜੂਕੇਸ਼ਨ ਨਾ ਦੇਣ ਦਾ ਪਲੰਦਾ ਹੈ। ਆਹ ਐਜੂਕੇਸ਼ਨ ਪਾਲਿਸੀ, ਇਹ ਐਜੂਕੇਸ਼ਨ ਪਾਲਿਸੀ ਕਹਿਣ ਨੂੰ ਇਹ ਹੈ ਵੀ ਅਸੀਂ ਐਜੂਕੇਸ਼ਨ ਦੇਣੀ ਹੈ, ਐਜੂਕੇਸ਼ਨ ਨਾ ਦੇਣ ਵਾਸਤੇ ਇਹਦੇ 'ਚ ਰੱਸੇ ਪੈੜੇ ਵੱਡੇ ਹੋਏ ਆ। ਸੋ ਇੱਕ ਕੰਮ ਕਰੋ, ਹੁਣ ਥੋੜਾ ਜਿਹਾ ਹੋਰ ਦੱਸਾਂ ਮੈਂ। ਜਦੋਂ 1986 ਦੀ ਪਾਲਿਸੀ ਹੋਈ, ਰਾਜੀਵ ਗਾਂਧੀ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਉਹਨੂੰ ਸੀ ਵੀ ਪਾਲਿਸੀ ਦੇ ਉੱਤੇ ਕੋਈ ਡਿਸਕਸ਼ਨ ਕਰਨ ਦੀ ਲੋੜ ਨਹੀਂ, ਕੱਖ ਨਹੀਂ, ਤੇ ਬਸ ਆਪਾਂ ਆਪਣੇ ਦਿਮਾਗ 'ਚ ਆਈਡੀਆ ਹੈਗਾ, ਗੱਲ ਬਣਾ ਕੇ ਪਰਾਂ ਮਾਰੋ ਵੀ ਜਿਹੜੇ ਉਦੋਂ ਕਾਰਪੋਰੇਟ ਘਰਾਣੇ ਥੋੜ੍ਹੇ ਜਿਹੇ ਵੱਧ ਰਹੇ ਸੀ ਵੀ ਉਹਨਾਂ ਨੂੰ ਇੱਕਦਮ ਬੁਰਕੀਆਂ ਪਾ ਦਿਓ ਵੱਡੀਆਂ ਵੱਡੀਆਂ, ਚੂਰੀ ਕੁੱਟ ਕੇ ਖਵਾ ਦਿਓ। ਉਹ ਕੋਈ ਸੈਕਟਰੀ ਸੀਗਾ, ਸਿਆਣਾ ਸੀ, ਉਹਨੇ ਥੋੜਾ ਜਿਹਾ ਰੋਕ ਲਿਆ ਵੀ ਨਹੀਂ ਇਹਦੇ ਤੇ ਬਹਿਸ ਕਰਾ ਲੈ ਕੁਛ ਦੇਰ 'ਚ ਸਾਲ ਭਰ ਬਹਿਸ ਹੁੰਦੀ ਰਹੀ ਉਸ ਪਾਸੇ। ਉਹਨੇ ਕੀ ਕਰਿਆ ਵੀ ਜਿਹੜਾ ਸਾਡਾ ਡਿਪਾਰਟਮੈਂਟ ਆਫ ਐਜੂਕੇਸ਼ਨ ਸੀਗਾ ਜਾਂ ਮਿਨਿਸਟਰੀ ਆਫ ਐਜੂਕੇਸ਼ਨ ਸੀਗੀ ਭਾਰਤ ਦੀ, ਸੰਨ 47 ਤੋਂ ਲੈ ਕੇ 86 ਤੱਕ ਉਹਨੇ ਉਹਦਾ ਨਾਮ ਬਦਲਤਾ, ਉਹਦਾ ਨਾਮ ਰੱਖ ਦਿੱਤਾ। ਕੋਈ ਦੱਸੂ ਐਜੂਕੇਸ਼ਨ ਮਿਨਿਸਟਰੀ ਦਾ ਨਾਮ ਕੇਂਦਰ ਲੈਵਲ ਤੇ ਕੀ ਸੀ? ਉਹਦਾ ਨਾਮ ਸੀ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ। ਕੀ ਨਾਮ ਸੀ? ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ, MHRD। ਕਈ ਲੋਕਾਂ ਨੇ ਸਵਾਲ ਕਰਿਆ ਵੀ ਅਸੀਂ ਐਜੂਕੇਸ਼ਨ ਨਾਲ ਹਿਊਮਨ ਡਿਵੈਲਪ ਕਰਨਾ ਚਾਹੁੰਦੇ ਹਾਂ ਕਿ ਹਿਊਮਨ ਰਿਸੋਰਸ ਡਿਵੈਲਪ ਕਰਨਾ? ਹਿਊਮਨ ਰਿਸੋਰਸ ਦਾ ਮਤਲਬ ਹੈ ਵੀ ਇਹ ਇੱਕ ਵਸਤੂ ਨੇ, ਆ ਸਾਰੇ ਜਿਹੜੀਆਂ ਚੀਜ਼ਾਂ ਬੈਠੇ ਹੈ, ਇਹ ਇੱਕ ਰਿਸੋਰਸ ਹੈ ਕਿਸੇ ਵਾਸਤੇ ਜਿਹੜਾ ਇਹਨਾਂ ਨੂੰ ਵਰਤੂਗਾ। ਵਰਤੂ ਕੌਣ? ਕਾਰਪੋਰੇਟ ਕਰਾਂਗੇ। ਉਹਨਾਂ ਵਾਸਤੇ ਅਸੀਂ ਇੱਕ ਹਿਊਮਨ ਰਿਸੋਰਸ ਡਿਵੈਲਪ ਕਰਕੇ ਦੇ ਰਹੇ ਹਾਂ। ਬੜੀ ਉਹਦਾ ਕ੍ਰਿਟਿਸਿਜ਼ਮ
ਪ੍ਰੋਫੈਸਰ ਹੁੰਦੇ ਸੀਗੇ ਪੰਜਾਬ ਯੂਨੀਵਰਸਿਟੀ 'ਚ, ਏਸੀ ਚੁਲਕਾ, ਉਹ ਇੱਕ ਲੈਕਚਰ ਦਿਆ ਕਰਦੇ ਸੀ, ਡੂ ਵੀ ਵਾਂਟ ਹਿਊਮਨ ਡਿਵੈਲਪਮੈਂਟ ਔਰ ਹਿਊਮਨ ਰਿਸੋਰਸ ਡਿਵੈਲਪਮੈਂਟ। ਕੀ ਸਾਨੂੰ ਮਨੁੱਖਾਂ ਦਾ ਵਿਕਾਸ ਚਾਹੀਦਾ ਹੈ ਕਿ ਮਨੁੱਖਾਂ ਦਾ ਸਰੋਤ ਦਾ ਵਿਕਾਸ ਚਾਹੀਦਾ? ਸਾਨੂੰ ਮਨੁੱਖੀ ਵਿਕਾਸ ਚਾਹੀਦਾ ਹੈ, ਅਸੀਂ ਹਿਊਮਨ ਡਿਵੈਲਪ ਕਰਨਾ ਚਾਹੁੰਦੇ। ਉਹਦੇ ਚੋਂ ਫਿਰ ਕੀ ਨਿਕਲੇਗਾ? ਉਹਦੇ ਚੋਂ ਜਿਹੜੇ ਸਟੂਡੈਂਟਸ ਹੈ ਇਹਨਾਂ ਦੀ ਕਮੋਡੀਫਿਕੇਸ਼ਨ ਨਿਕਲੇ। ਕਮੋਡੀਫਿਕੇਸ਼ਨ ਦਾ ਮਤਲਬ ਹੈ ਇਹ ਇੱਕ ਵਸਤੂ ਬਣ ਗਏ, ਤੇ ਜਿਹੜੇ ਟੀਚਰਸ ਹੈ ਉਹਨਾਂ ਨੂੰ ਐਜੂਕੇਸ਼ਨ ਦੇ ਰਿਹਾ, ਉਹਦੇ ਯੂਜ਼ਰ ਨੇ। ਜਿਵੇਂ ਅਸੀਂ ਪਾਣੀ ਯੂਜ਼ ਕਰਦੇ ਹਾਂ ਉਹਦੇ ਚਾਰਜ ਦਿੰਦੇ ਹਾਂ, ਬਿਜਲੀ ਯੂਜ਼ ਕਰਦੇ ਹਾਂ ਉਹਦੇ ਚਾਰਜ ਦਿੰਦੇ ਹਾਂ, ਇੰਟਰਨੈਟ ਯੂਜ਼ ਕਰਦੇ ਹਾਂ ਉਹਦੇ ਚਾਰਜ ਦਿੰਦੇ ਹਾਂ। ਇੱਦਾਂ ਹੀ ਤੁਸੀਂ ਟੀਚਰ ਦੀ ਸੇਵਾ ਨੂੰ ਯੂਜ਼ ਕਰਦੇ ਹੋ ਤੇ ਉਹਦੇ ਯੂਜ਼ਰ ਚਾਰਜ ਕਰਨੀ ਹੋਗੀ। ਸਾਰੇ ਜਿਹੜੀ ਮਨੁੱਖੀ ਰਿਲੇਸ਼ਨ ਹੀ ਖਤਮ ਕਰਤਾ ਵੀ ਵੀ ਆਰ ਟੀਚਰਸ ਐਂਡ ਸਟੂਡੈਂਟਸ। ਅਸੀਂ ਸਮਾਜ ਦਾ ਸਾਰੇ ਜਿਹੜੇ ਅੰਗ ਆ, ਇਹ ਸਮਾਜ ਦੇ ਵਿੱਚ ਜਿੰਨੀਆਂ ਬੁਰਾਈਆਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਦੂਰ ਕਰਨਾ ਹੈ, ਅਸੀਂ ਇਹ ਸਮਾਜ ਨੂੰ ਬਦਲਣਾ ਹੈ। ਇਸ ਦੀ ਬਜਾਏ ਮੈਂ ਆਪਣੀ ਇੱਕ ਸੇਵਾ ਪ੍ਰੋਵਾਈਡ ਕਰਦਾ, ਮੈਂ ਇੱਕ ਸਰਵਿਸ ਪ੍ਰੋਵਾਈਡਰ ਹਾਂ ਤੇ ਤੁਸੀਂ ਯੂਜ਼ਰ ਹੋ। ਇਹ ਕਨਸੈਪਟ ਲੈ ਆਉਣਾ ਐਜੂਕੇਸ਼ਨ। ਸੋ ਆ ਜਿਹੜੀ ਹੁਣ ਪਾਲਿਸੀ ਲੈ, ਇਸ ਪਾਲਿਸੀ ਦੇ ਵਿੱਚ ਜੇ ਕੋਈ ਇੱਕ ਗੱਲ ਚੰਗੀ ਕਹਿਣੀ ਹੋਵੇ, ਇੱਕ ਗੱਲ, ਉਹ ਇਹ ਹੈ ਕਿ ਉਹਨਾਂ ਨੇ ਇਹਦਾ ਨਾਮ ਬਦਲ ਕੇ ਦੁਬਾਰਾ ਫੇਰ ਮਿਨਿਸਟਰੀ ਆਫ ਐਜੂਕੇਸ਼ਨ ਕਰਤਾ। ਇੰਨੀ ਗੱਲ ਚੰਗੀ ਹੈ, ਬਾਕੀ ਕੰਮ ਕੋਈ ਵੀ ਨਹੀਂ ਚੰਗਾ, ਸਿਰਫ ਨਾਂ ਜ਼ਰੂਰ ਬਦਲਤਾ। ਹੁਣ ਅਗਲੀ ਗੱਲ ਇੱਕ ਹੋਰ ਸੁਣੋ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ, ਧਰਮਿੰਦਰ ਮੈਂ ਦੱਸਦੀ, ਮੈਨੂੰ ਪਤਾ ਹੀ ਲੱਗਣਾ ਕਿੰਨਾ ਟਾਈਮ ਹੋ ਗਿਆ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਸਾਡੇ ਦੇਸ਼ ਦੇ ਆਜ਼ਾਦ ਹੋਣ ਵੇਲੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਸੂਬਿਆਂ ਦੇ ਅਧਿਕਾਰ ਨੇ ਤੇ ਕੇਂਦਰ ਦੇ ਅਧਿਕਾਰ ਨੇ, ਉਹਨਾਂ ਦੇ ਬਾਰੇ 3 ਤਰ੍ਹਾਂ ਦੀ ਲਿਸਟ ਬਣ ਗਈ। ਇੱਕ ਲਿਸਟ ਜਿਹੜੀ ਸੈਂਟਰ ਦੀ ਲਿਸਟ ਹੈ, ਜਿਹਦੇ ਵਿੱਚ ਸਿਰਫ ਸੈਂਟਰਲ ਗਵਰਨਮੈਂਟ ਹੀ ਕਾਨੂੰਨ ਬਣਾ ਸਕਦੀ। ਇੱਕ ਉਹ ਲਿਸਟ ਜਿਹੜੀ ਸਟੇਟ ਲਿਸਟ ਹੈ, ਜਿਹਦੇ ਵਿੱਚ ਇਕੱਲੇ ਸਟੇਟ ਵਾਲੇ ਜਾਂ ਸਟੇਟ ਗਵਰਨਮੈਂਟ ਹੀ ਕਾਨੂੰਨ ਬਣਾ ਸਕਦੀ। ਇੱਕ ਕੰਕਰੈਂਟ ਲਿਸਟ, ਜਿਹਨੂੰ ਸਾਂਝੀ ਲਿਸਟ ਜਾਂ ਸਮਵਰਤੀ ਸੂਚੀ ਕਹਿੰਦੇ ਆ, ਉਹਦੇ 'ਚ ਸੈਂਟਰ ਵੀ ਕਾਨੂੰਨ ਬਣਾ ਸਕਦਾ ਹੈ, ਸਟੇਟ ਵੀ ਕਾਨੂੰਨ ਬਣਾ ਸਕਦਾ। ਜਿਹੜੀ 3 ਲਿਸਟਾਂ ਸੀ। ਸਨ 26 ਨਵੰਬਰ 1950 ਤੋਂ ਜਿੱਦਣ ਕਨਸਟੀਟਿਊਸ਼ਨ ਲਾਗੂ ਹੋ ਗਿਆ, ਉਦੋਂ ਤੋਂ ਲੈ ਕੇ ਇਹ 1976 ਤੱਕ ਜਿਹੜੀ ਵਿੱਦਿਆ ਹੈ, ਸਿੱਖਿਆ ਹੈ, ਜਿਹੜੀ ਐਜੂਕੇਸ਼ਨ ਹੈ, ਉਹ ਸਟੇਟ ਲਿਸਟ 'ਚ, ਕੱਲੀ ਸਟੇਟ ਲਿਸਟ 'ਚ ਰਹੀ। ਉਸ ਟਾਈਮ ਦੇਸ਼ ਦੀ ਪ੍ਰਧਾਨ ਮੰਤਰੀ ਸੀ, ਦੇਸ਼ ਦੀ ਇੱਕ ਪ੍ਰਧਾਨ ਮੰਤਰੀ ਸੀ ਉਸ ਟਾਈਮ। ਉਹਦਾ ਨਾਮ ਪਤਾ ਕੀ ਸੀ? ਸ਼ਾਬਾਸ਼। 1976 'ਚ ਕੌਣ ਪ੍ਰਧਾਨ ਮੰਤਰੀ ਸੀ ਦੇਸ਼ ਦੀ? ਸ਼੍ਰੀਮਤੀ ਇੰਦਰਾ। ਉਹ ਇੱਕ ਬਹੁਤ ਚੰਗਾ ਕੰਮ ਕਰ ਗਈ ਦੇਸ਼ ਵਾਸਤੇ। ਚੰਗਾ ਜਿਹੜਾ ਕੌਮੀਆਂ 'ਚ ਪੜ੍ਹ ਲਿਓ। ਉਹ ਇਸ ਐਜੂਕੇਸ਼ਨ ਨੂੰ ਸਟੇਟ ਲਿਸਟ 'ਚੋਂ ਕੱਢ ਕੇ ਕੰਕਰੈਂਟ ਲਿਸਟ 'ਚ ਪਾ ਦਿੱਤੀ, ਯਾਨੀ ਸੂਬਿਆਂ ਦਾ ਅਧਿਕਾਰ ਖੋ ਗਈ। ਐਜੂਕੇਸ਼ਨ ਸਾਨੂੰ ਪਤਾ ਹੈ ਵੀ ਅਸੀਂ ਫਾਜ਼ਿਲਕਾ ਦੇ ਏਰੀਏ ਵਾਲੇ, ਬਾਰਡਰ ਏਰੀਆ ਵਾਲੇ, ਇਹਨਾਂ ਲੋਕਾਂ ਲਈ ਪੜ੍ਹਾਈ ਦਾ ਕੋਈ ਵੱਖਰਾ ਤਰ੍ਹਾਂ ਦਾ ਇੰਤਜ਼ਾਮ ਕਰਨਾ ਚਾਹੁੰਦੇ ਆ। ਸਾਡੇ ਸੂਬੇ ਕੋਲ ਅਧਿਕਾਰ ਹੋਣਾ ਚਾਹੀਦਾ ਵੀ ਇਹਨਾਂ ਨੂੰ ਅਸੀਂ ਆਹ ਚੀਜ਼ਾਂ ਵੱਖਰੀਆਂ ਦੇਈਏ। ਸਾਡਾ ਜਿਹੜਾ ਮਾਲਵੇ ਦਾ ਰੀਜਨ ਹੈ ਉਹਦੇ ਲਈ ਕੋਈ ਵੱਖਰੀਆਂ ਚੀਜ਼ਾਂ, ਜਿਹੜਾ ਹਰਿਆਣੇ ਦੇ ਨਾਲ ਲੱਗਦਾ ਹੈ ਜਿਹਨੂੰ ਅਸੀਂ ਮਤਲਬ ਕਹਿੰਦੇ ਆ ਪੁਆਧੀ ਦਾ ਏਰੀਆ, ਉਹਨਾਂ ਵਾਸਤੇ ਵੱਖਰੀਆਂ ਚੀਜ਼ਾਂ ਚਾਹੀਦੀਆਂ ਸਾਡੇ ਕਲਚਰ ਦੇ ਵਿੱਚੋਂ, ਸਾਡੀ ਭਾਸ਼ਾ ਦੇ ਵਿੱਚੋਂ, ਸਾਡੀਆਂ ਬਾਕੀ ਗੱਲਾਂ 'ਚੋਂ। ਉਹਨੇ ਸੈਂਟਰ 'ਚ ਮਤਲਬ ਕੰਕਰੈਂਟ ਲਿਸਟ 'ਚ ਪਾਤੀ ਐਜੂਕੇਸ਼ਨ ਚੱਕ ਕੇ ਇਤਰਾ ਕਰਨਾ। ਜਿਵੇਂ ਸੂਬਿਆਂ ਦੇ ਅਧਿਕਾਰਾਂ 'ਚ ਖੇਤੀ ਬਾਰੇ ਕਾਨੂੰਨ ਬਣਾਉਣਾ ਸੂਬਿਆਂ ਦੇ ਅਧਿਕਾਰਾਂ 'ਚ ਹੈ, ਕੇਂਦਰ ਨੇ ਧੱਕੇ ਨਾਲ ਆਪ ਕਾਨੂੰਨ ਬਣਾ ਲਏ। ਇਸੇ ਤਰ੍ਹਾਂ ਨਾਲ ਜਿਹੜਾ ਆਹ ਐਜੂਕੇਸ਼ਨ ਪਾਲਿਸੀ ਹੈ, ਇਹਦੇ ਵਿੱਚ ਕੰਕਰੈਂਟ ਲਿਸਟ 'ਚ ਹੋਣ ਦੇ ਬਾਵਜੂਦ ਮੋਦੀ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਉਹਨੇ ਸੂਬਿਆਂ ਦੇ ਅਧਿਕਾਰਾਂ 'ਤੇ ਵੀ ਹੱਲਾ ਮਾਰਿਆ ਇਸ ਐਜੂਕੇਸ਼ਨ ਪਾਲਿਸੀ ਨਾਲ। ਬਹੁਤ ਸਾਰੀਆਂ ਗੱਲਾਂ ਉਹ ਨੇ ਜਿਹੜੇ ਸੂਬਿਆਂ ਦੇ ਇਖਤਿਆਰ ਦੀਆਂ ਗੱਲਾਂ ਨੇ ਉਹਨੇ। ਸੋ ਇਹ ਇੱਕ ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ।
ਤੇ ਹੁਣ ਇਹਦਾ ਇੱਕ ਕਰਕਸ ਤੁਹਾਨੂੰ ਮੈਂ ਦੱਸਣਾ ਲੈ ਲਓ ਦੋਸਤੋ। ਪਿੱਛੇ ਜੇ ਇੱਕ ਕਿਤਾਬ ਰਿਲੀਜ਼ ਹੋਈ, ਕਿਤਾਬ ਨੂੰ ਲਿਖਦਾ ਇੱਕ ਬੰਦਾ ਜਿਹਦਾ ਨਾਮ ਹੈ ਡਾਕਟਰ ਮੁਰਲੀ ਮਨੋਹਰ ਜੋਸ਼ੀ। ਡਾਕਟਰ ਮੁਰਲੀ ਮਨੋਹਰ ਜੋਸ਼ੀ। ਡਾਕਟਰ ਮੁਰਲੀ ਮਨੋਹਰ ਜੋਸ਼ੀ ਇਲਾਹਾਬਾਦ ਯੂਨੀਵਰਸਿਟੀ 'ਚ, ਬਹੁਤ ਵੱਡੀ ਯੂਨੀਵਰਸਿਟੀ ਇਲਾਹਾਬਾਦ ਯੂਨੀਵਰਸਿਟੀ, ਉਹਦੇ 'ਚ ਫਿਜ਼ਿਕਸ ਦਾ ਪ੍ਰੋਫੈਸਰ ਰਿਹਾ ਮੇਰੇ ਆਏ। ਉਹਨੇ ਉੱਥੇ ਬਹੁਤ ਦੇਰ ਨਿਊਕਲੀਅਰ ਫਿਜ਼ਿਕਸ ਪੜ੍ਹਾਈ ਹੈ, ਬਹੁਤ ਦੇਰ। ਬਦਕਿਸਮਤੀ ਨਾਲ ਉਹ ਬੀਜੇਪੀ ਦਾ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਫਿਰ ਅਡਵਾਨੀ ਤੇ ਫਿਰ ਤੀਜਾ ਜਿਹੜਾ ਪ੍ਰੈਜ਼ੀਡੈਂਟ ਬਣਿਆ 1978 ਤੋਂ ਬਾਅਦ ਜਦ ਬੀਜੇਪੀ ਬਣ ਗਈ, ਤਾਂ ਉਹ ਤੀਜਾ ਪ੍ਰੈਜ਼ੀਡੈਂਟ ਮੁਰਲੀ ਮਨੋਹਰ ਜੋਸ਼ੀ ਸੀ ਬੀਜੇਪੀ। ਤੇ ਜਦੋਂ 1996 ਦੇ ਵਿੱਚ ਭਾਰਤ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਅਟਲ ਬਿਹਾਰੀ ਵਾਜਪਾਈ ਦੀ, ਤਾਂ ਉਸ ਸਰਕਾਰ ਨੇ ਮੁਰਲੀ ਮਨੋਹਰ ਜੋਸ਼ੀ ਨੂੰ HRD ਮਿਨਿਸਟਰ ਬਣਾਤਾ, ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰ, ਯਾਨੀ ਕਿ ਐਜੂਕੇਸ਼ਨ HRD ਮਿਨਿਸਟਰ। ਉਹਨੇ ਜਿਹੜਾ ਨਾਮ ਮੈਨੂੰ ਆ ਨਹੀਂ ਸੀ ਰਿਹਾ, ਹੁਣ ਆ ਰਿਹਾ ਨਾਲ ਦੀ ਨਾਲ, ਉਹਨੇ ਕਈ ਯੂਨੀਵਰਸਿਟੀਆਂ ਦੇ ਵਿੱਚ ਇੱਕ ਸਬਜੈਕਟ ਨਵਾਂ ਲਾਇਆ ਜਿਹਨੂੰ ਜੋਤਿਸ਼ ਵਿਗਿਆਨ ਕਹਿੰਦੇ ਆ। ਕੀ ਕਹਿੰਦੇ ਹੈ? ਜੋਤਿਸ਼ ਵਿਗਿਆਨ, ਐਸਟ੍ਰੋਲੋਜੀ। ਐਸਟ੍ਰੋਲੋਜੀ ਦਾ ਮਤਲਬ ਜੋਤਿਸ਼ ਵਿਗਿਆਨ, ਐਸਟ੍ਰੋਲੋਜੀ ਦਾ ਮਤਲਬ ਤਾਰਾ ਵਿਗਿਆਨ। ਦੋਵਾਂ 'ਚ ਫਰਕ ਹੈ। ਤਾਰਾ ਵਿਗਿਆਨ ਸੱਚੇ ਤਾਰੇ ਹੈਗੇ ਆ, ਐਗਜ਼ਿਸਟ ਕਰਦੇ ਆ, ਤੇ ਹੋਰ ਹੈ ਗ੍ਰਹਿ, ਜਿਹਨੂੰ ਉਹ ਗ੍ਰਹਿ ਕਹਿੰਦੇ ਆ। ਆਹ ਬਾਕੀ ਗ੍ਰਹਿ ਦਾ ਤਾਂ ਸਾਨੂੰ ਪਤਾ ਹੈ, ਬੁੱਧ, ਸ਼ਨੀ, ਮੰਗਲ ਤੇ ਫਲਾਣੇ ਗ੍ਰਹਿ, ਉਹ ਸਾਨੂੰ ਪਤਾ ਨਹੀਂ, ਉਹ ਤਾਂ ਸਾਇੰਸ ਹੈ, ਉਹ ਤਾਂ ਤਾਰੇ ਨੇ, ਉਹ ਤਾਂ ਗ੍ਰਹਿ ਨੇ ਜਾਂ ਤਾਰੇ ਨੇ, ਪਲੈਨਟ ਨੇ। ਪਰ ਜਿਹੜੇ ਗ੍ਰਹਿਾਂ ਦੀ ਗੱਲ ਉਹ ਪੰਡਿਤ ਕਰਦੇ ਆ ਐਸਟ੍ਰੋਲੋਜੀ ਦੇ ਵਿੱਚ, ਉਹ ਬੇਟਾ ਕਿਤੇ ਐਗਜ਼ਿਸਟ ਨਹੀਂ ਹੈ। ਉਦੋਂ ਇੱਕ ਬਹੁਤ ਬੜਾ ਸਾਇੰਟਿਸਟ ਸੀ, ਪੂਨੇ ਇੱਕ ਸੰਸਥਾ ਬਣੀ ਹੋਈ ਹੈ, ਬਹੁਤ ਵੱਡੀ ਸੰਸਥਾ, ਉਹਦਾ ਨਾਮ ਹੈ ਆਯੂਕਾ। ਉਸ ਪੂਨੇ ਬਣੀ ਹੋਈ ਸੰਸਥਾ ਦਾ ਨਾਮ ਹੈ ਇੰਟਰ ਯੂਨੀਵਰਸਿਟੀ ਸੈਂਟਰ ਫਾਰ ਐਸਟ੍ਰੋਨੋਮੀ ਐਂਡ ਐਸਟ੍ਰੋਫਿਜ਼ਿਕਸ। ਉਹਦਾ ਨਾਮ IUCAA, ਆਯੂਕਾ। ਉਹਦਾ ਡਾਇਰੈਕਟਰ ਸੀਗਾ ਇੱਕ ਸਾਇੰਟਿਸਟ, ਉਹਦਾ ਨਾਮ ਸੀ ਜਯੰਤ ਨਾਰਲੀਕਰ। ਕੀ ਨਾਮ ਸੀ ਉਹਦਾ? ਜਯੰਤ ਨਾਰਲੀਕਰ। ਬਹੁਤ ਬੜਾ ਸਾਇੰਟਿਸਟ। ਵੀ ਆਹ ਸਾਡੀ ਸ੍ਰਿਸ਼ਟੀ ਕਿਵੇਂ ਬਣੀ, ਬ੍ਰਹਿਮੰਡ ਕਿਵੇਂ ਬਣਿਆ, ਇਹਦੇ ਬਾਰੇ 3 ਤਰ੍ਹਾਂ ਦੀਆਂ ਥਿਊਰੀਆਂ ਚੱਲਦੀਆਂ ਨੇ। ਆਹ ਸ੍ਰਿਸ਼ਟੀ ਬ੍ਰਹਿਮੰਡ ਕਿਵੇਂ ਬਣ ਗਿਆ? ਇੱਕ ਥਿਊਰੀ ਦਾ ਨਾਮ ਹੈ ਬਿਗ ਬੈਂਗ ਥਿਊਰੀ, ਇੱਕ ਹੈਗੀ ਹੈ ਪਲਸੇਟਿੰਗ ਥਿਊਰੀ, ਇੱਕ ਹੈਗੀ ਹੈ ਦੂਸਰੀ ਜਿਹੜੀ ਟ੍ਰਾਂਜੀਸ਼ਨ ਥਿਊਰੀ। ਇੱਕ ਥਿਊਰੀ ਦੇਣ ਵਾਲੇ ਜਿਹੜੇ 4-5 ਸਾਇੰਟਿਸਟ ਹੈ, ਉਹਨਾਂ ਚੋਂ ਇੱਕ ਸਾਇੰਟਿਸਟ ਦਾ ਨਾਮ ਜਯੰਤ ਨਾਰਲੀਕਰ ਹੈ। ਉਹਨੇ ਕਿਹਾ ਵੀ ਸਾਨੂੰ ਆਹ ਤਾਰਿਆਂ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਅਸੀਂ ਇਹਨਾਂ ਦੀ ਸਾਰੀ ਹਿਸਟਰੀ ਚੱਕੀ ਫਿਰਦੇ ਹਾਂ, ਅਸੀਂ ਇਹਨਾਂ ਦਾ ਪੂਰਾ ਮਤਲਬ ਕੱਚਾ ਚਿੱਠਾ ਜਾਣਦੇ ਹਾਂ। ਸਾਨੂੰ ਤਾਂ ਕਿਤੇ ਲੱਭਿਆ ਨਹੀਂ ਕਿ ਜੇ ਤਾਰੇ ਇੱਥੋਂ ਇੱਥੇ ਹੋਣ, ਇੱਥੋਂ ਇੱਥੇ ਹੋਣ, ਤਾਂ ਇੱਥੇ ਜੰਮਣ ਵਾਲੇ ਬੱਚੇ ਨੂੰ ਆਹ ਹੋ ਜਾਂਦਾ ਹੈ। ਸਾਨੂੰ ਸਮਝਾਓ ਵੀ ਇਹ ਕਿਵੇਂ ਹੋਊਗਾ। ਵੀ ਜੋਸ਼ੀ ਸਾਹਿਬ, ਤੁਸੀਂ ਸਾਇੰਟਿਸਟ ਹੋ, ਤੁਸੀਂ ਫਿਜ਼ਿਕਸ ਦੇ ਬੰਦੇ ਹੋ, ਸਾਨੂੰ ਦੱਸੋ ਵੀ ਇਹ ਸਾਇੰਸ ਕਿਵੇਂ ਹੋਈ ਜਿਹੜੀ ਹੈ ਜੋਤਿਸ਼ ਵਿਦਿਆ। ਕੋਈ ਸਾਇੰਸ ਨਹੀਂ। ਆਰਗੂ ਕੀਤਾ ਗਿਆ ਕਿਉਂਕਿ ਬੀਜੇਪੀ ਵਾਲੇ ਝੂਠ ਬੋਲਣ ਦੇ ਤੇ ਢੀਠ ਸਤਾਈ ਦੇ ਨੰਬਰ 1 ਮਾਹਰ ਨੇ। ਇਸ ਕਰਕੇ ਉਹਨਾਂ ਨੇ ਬਹਿਸ 'ਚ ਪੈਣ ਦੀ ਬਜਾਏ, ਉਹਦਾ ਲੌਜਿਕ ਨਾਲ, ਦਲੀਲ ਨਾਲ ਜਵਾਬ ਦੇਣ ਦੀ ਬਜਾਏ, ਉਹ ਮਤਲਬ ਐਸੇ ਹੀ ਦਾਬੂ ਕੁਸੂ ਕਰਤਾ। ਬਾਕੀ ਯੂਨੀਵਰਸਿਟੀਆਂ ਤਾਂ ਨਹੀਂ ਮੰਨੀਆਂ, ਇੱਕ ਯੂਨੀਵਰਸਿਟੀ ਨੂੰ ਮਨਾ ਲਿਆ, ਜੈਪੁਰ ਯੂਨੀਵਰਸਿਟੀ ਨੂੰ। ਉਹਨਾਂ ਨੇ ਜੋਤਿਸ਼ ਵਿਗਿਆਨ ਦਾ ਸਬਜੈਕਟ ਲਾ। ਸੋ 5 ਸਾਲ ਉਹਨਾਂ ਦੀ ਸਰਕਾਰ ਰਹੀ। 5 ਸਾਲਾਂ 'ਚੋਂ ਲੋਕਾਂ ਨੂੰ, ਜਿਹੜੇ ਪੜ੍ਹੇ ਲਿਖੇ ਲੋਕ ਆ, ਉਹਨਾਂ ਨੂੰ ਮਨਾ ਨਹੀਂ ਸਕੇ। ਉਹਨੇ ਕੀ ਚਾਹੁੰਦੇ? ਮੈਂ ਜਿੱਥੇ ਕਰ ਰਿਹਾ ਇੱਕ ਗੱਲ ਪਹਿਲਾਂ ਹੋ ਕੇ ਨਾ, ਫਿਰ ਉੱਥੇ ਆਉ। ਵਾਜਪਾਈ ਸਾਹਿਬ ਪ੍ਰਧਾਨ ਮੰਤਰੀ ਸੀ ਸਾਡੇ, ਉਦੋਂ ਤੱਕ ਸਾਡੇ ਦੇਸ਼ ਦੇ ਅਮੀਰ ਲੋਕਾਂ ਕੋਲ ਕਾਫੀ ਪੈਸਾ ਆ ਗਿਆ ਸੀ। ਸੰਨ 2000 ਦੇ ਵਿੱਚ ਇੱਕ ਕਮੇਟੀ ਬਣਾਤੀ ਵਾਜਪਾਈ ਸਾਹਿਬ, ਫੱਟੇ ਚੱਕ ਤੇ ਕੰਮ ਹੀ ਮੁਕਾਬਤਾ। ਅੱਗੇ ਜਿਹੜੀਆਂ ਕਮੇਟੀਆਂ ਬਣਦੀਆਂ ਸੀ, ਉਹਨਾਂ 'ਚ ਕੋਈ ਵਾਈਸ ਚਾਂਸਲਰ, ਕੋਈ ਸਾਇੰਟਿਸਟ, ਕੋਈ ਬਹੁਤ ਵੱਡਾ ਅਕੈਡਮਿਸ਼ੀਅਨ, ਉਹ ਹੁੰਦੇ ਸੀ ਕਮੇਟੀਆਂ ਦੇ ਵਿੱਚ। ਤੇ ਵਾਜਪਾਈ ਸਾਹਿਬ ਨੇ ਇੱਕ ਨਿਰਾਂ ਦੀ ਗੱਲ ਕਰ ਮਾਰੀ। ਉਹਨਾਂ ਨੇ ਮੁਕੇਸ਼ ਅੰਬਾਨੀ ਤੇ ਕੁਮਾਰਾ ਮੰਗਲਮ ਬਿਰਲਾ,
ਜਿਹੜੇ ਬਿਰਲੇ ਕਾਕਿਆਂ ਦੀ ਆਪਾਂ ਗੱਲ ਕਰਦੇ ਆ, ਉਹਨਾਂ ਦੇ ਵਿੱਚੋਂ ਇੱਕ ਹੈਗਾ ਕੁਮਾਰਾ ਮੰਗਲਮ ਬਿਰਲਾ। ਇਹਨਾਂ ਦੋ ਬੰਦਿਆਂ ਦੀ ਕਮੇਟੀ ਬਣਾਤੀ। ਉਸ ਕਮੇਟੀ ਨੇ ਐਜੂਕੇਸ਼ਨ ਕਹੀ ਜੀ ਚਾਹੀਦੀ ਆ ਭਾਰਤ ਦੇ ਵਿੱਚ, ਉਹਦੇ ਬਾਰੇ ਇੱਕ ਰਿਪੋਰਟ ਦਿੱਤੀ ਜਿਹਨੂੰ ਬਿਰਲਾ ਅੰਬਾਨੀ ਰਿਪੋਰਟ ਕਹਿੰਦੇ। ਕਦੇ ਗੂਗਲ ਤੇ ਸਰਚ ਮਾਰਿਓ, ਬਿਰਲਾ ਅੰਬਾਨੀ ਰਿਪੋਰਟ। ਵਾਜਪਾਈ ਸਾਹਿਬ ਬੀਜੇਪੀ ਦੇ ਪ੍ਰਧਾਨ ਮੰਤਰੀ, ਜਿਹਨਾਂ ਨੂੰ ਬੜੇ ਚੰਗੇ ਕਿਹਾ ਜਾਂਦਾ ਹੈ, ਜਿਹੜੇ ਟੋਲ ਟੈਕਸ ਲਾ ਕੇ ਗਏ ਹੈ, ਜਿਹੜੇ ਪੈਨਸ਼ਨਾਂ ਬੰਦ ਕਰਕੇ ਗਏ ਆ ਸਾਰੇ ਦੇਸ਼ ਦੇ ਵਿੱਚ ਲੋਕਾਂ ਦੀਆਂ, ਉਸ ਵਾਜਪਾਈ ਸਾਹਿਬ ਨੇ ਐਜੂਕੇਸ਼ਨ ਦੇ ਭੱਠੇ ਨੂੰ ਗੁੱਲ ਕਰਨ ਲਈ ਪੂਰਨ ਤੌਰ ਤੇ ਕਾਰਪੋਰੇਟ ਘਰਾਣਿਆਂ ਨੂੰ ਐਜੂਕੇਸ਼ਨ ਦੇਣ ਲਈ ਵੀ ਉਹਨਾਂ ਦੇ ਹਵਾਲੇ ਕਰੋ ਸਾਰਾ ਕੁਝ, ਇੱਕ ਕਮੇਟੀ ਬਣਾ ਦਿੱਤੀ ਜਿਹਨੂੰ ਬਿਰਲਾ ਅੰਬਾਨੀ ਕਮੇਟੀ। ਦੇਸ਼ ਦੇ ਲੋਕਾਂ ਨੇ ਉਹਦਾ ਵਿਰੋਧ ਕੀਤਾ, ਕਿਉਂਕਿ ਅਸੀਂ ਟੀਚਰ ਯੂਨੀਅਨ ਸੀਗੇ ਗਵਰਨਮੈਂਟ ਕਾਲਜਾਂ ਦੇ ਵਿੱਚ। ਅਸੀਂ ਆਲ ਇੰਡੀਆ ਲੈਵਲ ਤੇ ਇੱਕ ਫੈਡਰੇਸ਼ਨ ਬਣਾਈ ਹੋਈ ਹੈ, ਉਹਦੇ ਸੀ ਅਸੀਂ ਉਹਦਾ ਵਿਰੋਧ ਕਰਿਆ ਘੱਟ, ਇਹਦਾ ਕੋਈ ਦੁੱਖ ਨਹੀਂ। ਤੇ ਉਹਦੀਆਂ ਜਿਹੜੀਆਂ ਮੇਨ ਗੱਲਾਂ ਨੇ, ਉਹਨਾਂ ਦੀਆਂ ਮੇਨ ਗੱਲਾਂ 'ਚ ਹੈ ਵੀ ਆਟੋਨੋਮਸ ਕਾਲਜ ਬਣਾਓ, ਡਿਗਰੀ ਦੇਣ ਵਾਲੇ ਆਟੋਨੋਮਸ ਕਾਲਜ। ਆਹ ਐਜੂਕੇਸ਼ਨ ਪਾਲਿਸੀ 'ਚ ਉਹ ਗੱਲਾਂ ਲੈ ਆਉਂਦੀਆਂ ਜਿਹੜੀਆਂ ਬਿਰਲਾ ਅੰਬਾਨੀ ਕਮੇਟੀ ਦੀ ਰਿਪੋਰਟ ਨਾ ਵਾਜਪਾਈ ਸਾਹਿਬ ਲਾਗੂ ਕਰ ਦਿੱਤਾ ਉਹਨਾਂ ਨੂੰ, ਤੇ ਨਾ ਬਾਅਦ 'ਚ ਮਨਮੋਹਨ ਸਿੰਘ ਦੀ ਜ਼ਰੂਰਤ ਪਈ। ਹਾਲਾਂਕਿ ਚਾਹੁੰਦੇ ਉਹ ਵੀ ਸੀ ਇਹ ਜਿਹਾ ਕੁਛ ਕਰਨਾ, ਕਾਰਪੋਰੇਟਾਂ ਦੀ ਸੇਵਾ ਉਹ ਕਰ ਨਹੀਂ ਦਿੱਤੀ ਦੇਸ਼ ਦੇ ਲੋਕਾਂ ਨੇ। ਪਰ ਮੋਦੀ ਸਾਹਿਬ ਨੇ ਐਸ ਨਿਊ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ, ਇਹਦੇ ਵਿੱਚ ਉਹ ਪਾ। ਹੁਣ ਤੁਸੀਂ ਜਦੋਂ ਪੜ੍ਹਦੇ ਹੋ, ਤੁਸੀਂ ਕਿਤੇ ਬਾਹਰ ਅੰਦਰ ਜਾਂਦੇ ਹੋ, ਤੁਸੀਂ ਜਿਹੜੀ ਵੀ BA BSc MSc BCom ਜੋ ਵੀ MA ਜਿਹੜੀ ਵੀ ਡਿਗਰੀ ਲਈ, ਉਹ ਤੁਸੀਂ ਜਾ ਕੇ ਦੱਸਦੇ ਹੋ ਵੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ MSc ਕੀਤੀ ਹੈ, MA ਕੀਤੀ ਹੈ, BA ਦੱਸਦੇ ਹੋ ਕਿ ਨਹੀਂ? ਕਿਉਂ ਬੇਟਾ? ਜਾਂ ਮੈਂ ਪੰਜਾਬ ਯੂਨੀਵਰਸਿਟੀ ਤੋਂ, ਜਾਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਉਹ ਕਹਿੰਦਾ ਨਿਊ ਐਜੂਕੇਸ਼ਨ ਆਹ ਪਾਲਿਸੀ ਕੀ ਕਹਿੰਦੀ ਹੈ ਵੀ ਤੁਸੀਂ ਅੱਗੇ ਤੋਂ ਕਿਹਾ ਕਰੋਗੇ ਵੀ ਮੈਂ ਇੱਕ ਫਲਾਣਾ ਜਿਹੜਾ ਡਿਗਰੀ ਕਾਲਜ ਡਰੋਲੀ ਭਾਈ ਹੈ, ਉੱਥੋਂ ਵੀ ਉੱਥੋਂ ਦੀ ਡਿਗਰੀ ਹੈ ਮੇਰੇ ਕੋਲ। ਡਰੋਲੀ ਭਾਈ ਕਿਸੇ ਨੇ ਲੱਭਣਾ ਹੀ ਨਹੀਂ ਸਾਰੀ ਦੁਨੀਆ। ਕਹਿਣ ਨੂੰ ਕਿ ਅਸੀਂ ਦੁਨੀਆ ਭਰ ਦੇ ਵਿੱਚ ਹਾਈ ਕਲਾਸ ਐਜੂਕੇਸ਼ਨ ਦੇਣੀ ਹੈ। ਦੇਣੀ ਕਿਵੇਂ ਹੈ? ਕਾਲਜਾਂ ਨੂੰ ਡਿਗਰੀਆਂ ਵੰਡਣ ਤੇ ਲਾ ਲੈਣਾ ਵੀ ਲੈ ਹਰ ਕਾਲਜ ਆਪਣੀ ਆਪਣੀ ਡਿਗਰੀ ਵੰਡੇ ਕੰਮ ਸਟਾਰਟ। ਇਹ ਐਸ ਐਜੂਕੇਸ਼ਨ ਪਾਲਿਸੀ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਉਹ ਐਜੂਕੇਸ਼ਨ ਦੇਣੀ ਚਾਹੁੰਦੇ ਆ ਜਾਂ ਵੇਚਣੀ ਚਾਹੁੰਦੇ ਆ। ਪਿੱਛੇ ਜੇ ਕੁਝ ਦਿਨ ਪਹਿਲਾਂ ਯੂਪੀ ਦੇ ਵਿੱਚ ਪੇਪਰ ਲੀਕ ਹੋ ਗਏ। ਇਹ ਛੋਟੀਆਂ ਛੋਟੀਆਂ ਕਲਾਸਾਂ ਦੇ ਪੇਪਰ ਲੀਕ ਹੋ ਕੇ ਵੰਡੇ ਜਾਂਦੇ ਆ, ਵਪਾਰ ਹੁੰਦਾ ਹੈ। ਜੇ ਕਾਲਜ ਨੂੰ ਇਹ ਡਿਗਰੀਆਂ ਦੇਣ ਦਾ ਅਧਿਕਾਰ ਦੇਤਾ ਫਿਰ ਕੀ ਹਾਲ ਹੋਊ ਜਰਾ ਸੋਚਿਓ। ਲੋਕ ਐਜੂਕੇਸ਼ਨ ਲੈਣਗੇ ਜਾਂ ਖਰੀਦਣਗੇ? ਪਲੀਜ਼ ਦੱਸਿਓ। ਐਜੂਕੇਸ਼ਨ ਲਈ ਜਾਊਗੀ, ਅਕਵਾਇਰ ਕਰੀ ਜਾਊਗੀ ਜਾਂ ਖਰੀਦੀ ਜਾਊਗੀ? ਇਹ ਐਜੂਕੇਸ਼ਨ ਦੀਆਂ ਦੁਕਾਨਾਂ ਬਣਾਉਣ ਲਈ ਆਹ ਪਾਲਿਸੀ, ਤਾਂ ਕਿ ਐਜੂਕੇਸ਼ਨ ਨਾ ਲੈਣ ਦੋ। ਅਗਲੀ ਗੱਲ ਮੈਂ ਦੱਸਾਂ ਥੋੜੀ। ਭੁਪਿੰਦਰ ਦਾ ਆਪਣੇ ਧਰਮਿੰਦਰ ਦਾ ਇਸ਼ਾਰਾ ਹੋ ਗਿਆ। ਹੁਣ 5 ਮਿੰਟਾਂ ਦੀ ਗੱਲ ਮੁਕਾ। ਦੋ ਗੱਲਾਂ ਮੈਂ ਕਰੀਏ, ਦੋ ਸਿਰਫ। ਕੁਝ ਦਿਨ ਪਹਿਲਾਂ ਉਸੇ ਮੁਰਲੀ ਮਨੋਹਰ ਜੋਸ਼ੀ ਜੀ ਦੀ ਮੈਂ ਗੱਲ ਤੁਹਾਨੂੰ ਦੱਸ ਕੇ ਹਟਿਆ। ਉਹਦੀ ਇੱਕ ਕਿਤਾਬ ਰਿਲੀਜ਼ ਕੀਤੀ RSS ਦਾ ਜਿਹੜਾ ਮੁੱਖ ਹੈ, ਉਹਦਾ ਪ੍ਰਮੁੱਖ ਹੈ, ਉਹਦਾ ਨਾਮ ਹੈ ਮੋਹਨ ਭਾਗਵਤ। ਕੀ ਨਾਮ ਹੈ? ਇਹੋ ਜਿਹੇ ਮਾੜੇ ਬੰਦੇ ਦਾ ਨਾਂ ਯਾਦ ਨਾ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ, ਐਡੀ ਕੋਈ ਯਾਦ ਕਰਨ ਵਾਲੀ ਗੱਲ ਨਹੀਂ। ਪਰ ਤੁਹਾਨੂੰ ਵੈਸੇ ਦੱਸਦੇ ਆ ਵੀ ਸਾਨੂੰ ਜਿੱਥੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ, ਉੱਥੇ ਔਰੰਗਜ਼ੇਬ ਵੀ ਨਾਲ ਆਉਂਦਾ ਹੀ ਹੈ ਹਮੇਸ਼ਾ, ਹੈ ਨਾ। ਇਸ ਕਰਕੇ ਮੋਹਨ ਭਾਗਵਤ ਉਹਨਾਂ ਨੇ ਉਸ ਕਿਤਾਬ ਨੂੰ ਰਿਲੀਜ਼ ਕਰਦਿਆਂ ਹੋਇਆ ਕਿਹਾ ਕਿ ਸਾਡੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਨਾ, ਇਹ ਵਿਸ਼ਵਾਸ ਕਰਨੋਂ ਹੈ, ਇਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ। ਕਹਿੰਦਾ ਪ੍ਰੂਫ ਦੇ, ਸ਼ੱਕ ਕਰਦੇ, ਉਹਦਾ ਵਿਗਿਆਨਕ ਲੌਜਿਕ ਮੰਨਦੇ। ਉਹ ਲੌਜਿਕ ਤਾਂ ਸਾਡੇ ਬਾਬਾ ਨਾਲ ਨਹੀਂ ਬਣਦੀ ਵੀ ਇੱਥੋਂ ਆਏ ਪੰਜ ਸਿੱਧਾ ਉੱਥੇ ਕਿਵੇਂ ਜਾਊ। ਤੇ ਇਹਦਾ ਮਤਲਬ ਹੈ ਬਾਬੇ ਨਾਨਕ ਨਹੀਂ ਵੀ ਮੋਹਨ ਭਾਗਵਤ ਉਹਨਾਂ ਦੇ ਹਿਸਾਬ ਨਾਲ ਤਾਂ ਕੰਮ ਖਰਾਬ ਹੋਈ ਸੀਗਾ ਨਹੀਂ। ਸੋ ਉਹ ਕਹਿੰਦੇ ਆ ਵੀ ਜੇ ਅਸੀਂ ਇਹ ਕਹੀਏ ਵੀ ਪੁਰਾਤਨ ਸਮੇਂ 'ਚ ਸਾਡੀ ਜਿਹੜੀ ਉਹ ਹੈ ਜਿਹੜੀ ਪਲਾਸਟਿਕ ਸਰਜਰੀ ਹੈ ਇੰਨੀ ਜ਼ਿਆਦਾ ਸੀ ਵੀ ਬੰਦੇ ਦੇ ਸਿਰ ਦੇ ਉੱਤੇ ਹਾਥੀ ਦਾ ਸਿਰ ਲਾਉਂਦੇ ਸੀ ਪਲਾਸਟਿਕ ਸਰਜਰੀ। ਉਹ ਸਰਜਰੀ ਕਿਹੜੀਆਂ ਲੈਬ ਕਰਦੇ ਸੀ ਅੱਜ ਤੱਕ ਦਿਸੀਆਂ ਨਹੀਂ ਕਿਸੇ ਨੂੰ। ਸਾਡੇ ਜੀਨ ਟੈਕਨੋਲੋਜੀ ਇੰਨੀ ਸੀ ਵੀ ਇੱਕੋ ਔਰਤ ਨੂੰ ਇੱਕੋ ਟਾਈਮ ਦੇ ਉੱਤੇ 100 ਬੱਚਾ ਜੰਮ ਜਾਂਦਾ ਸੀ। ਜੀਨ ਟੈਕਨੋਲੋਜੀ ਸਾਡੇ ਸੀ।
ਸਾਡੇ ਜਿਹੜੇ ਹੋਰ ਬਹੁਤ ਇਹੋ ਜਿਹੀਆਂ ਅਲਮ ਗਲਮ ਚੀਜ਼ਾਂ, ਕਈ ਸਾਇੰਟਿਸਟਾਂ ਦੀ ਥਿਓਰੀ ਤੇ ਲਾਉਂਦੇ ਤੇ ਸਾਇੰਟਿਸਟ ਪੈਂਦੇ ਵੀ ਉਹਨਾਂ ਮੋਦੀ ਸਾਹਿਬ ਨੇ ਵੀ ਇੱਕ ਅੱਧੀ ਵਾਰ ਇਹ ਜਿਹੀ ਜੁੱਟ ਕੀਤੀ ਹੈ ਕਿ ਉਹਦੀ ਕੋਈ ਵਾਰ ਹੋਈ ਹੈ ਸਾਰੀ ਦੁਨੀਆ ਇਹਨਾਂ ਗੱਲਾਂ। ਉਹ ਚਾਹੁੰਦੇ ਇਹ ਹੈ ਕਿ ਸਾਡੇ ਵਿਦਿਆਰਥੀ ਕਿੰਤੂ ਪ੍ਰੰਤੂ, ਸਾਡੇ ਵਿਦਿਆਰਥੀ ਸਾਇੰਟਿਫਿਕ ਟੈਂਪਰਾਮੈਂਟ, ਸਾਡੇ ਭਾਰਤ ਦੇ ਸੰਵਿਧਾਨ ਦੀ ਧਾਰਾ ਜਿਹੜੀ ਆਰਟੀਕਲ 51A ਹੈ, ਕੀ ਨਾਂ ਹੈ ਉਹਦਾ, 51A, ਉਹਦੇ ਵਿੱਚ ਭਾਰਤ ਦੇ ਨਾਗਰਿਕਾਂ ਦੀਆਂ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਹੈ, ਇੱਕ ਫੰਡਾਮੈਂਟਲ ਰਾਈਟਸ ਹੈ, ਇੱਕ ਫੰਡਾਮੈਂਟਲ ਡਿਊਟੀ। ਫੰਡਾਮੈਂਟਲ ਡਿਊਟੀਜ਼ ਲਿਖੀਆਂ ਹੋਈਆਂ ਨੇ। ਉਹਨਾਂ ਡਿਊਟੀਜ਼ ਦੇ ਵਿੱਚੋਂ ਇੱਕ ਡਿਊਟੀ ਇਹ ਹੈ ਕਿ ਭਾਰਤ ਦੇ ਨਾਗਰਿਕ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਸਾਡੇ ਸਾਰਿਆਂ ਦੇ ਵਿੱਚ ਵਿਗਿਆਨਕ ਨਜ਼ਰੀਆ ਪੈਦਾ ਹੋਵੇ। ਕੋਈ ਜ਼ਰੂਰੀ ਨਹੀਂ ਵੀ ਅਸੀਂ ਵਿਗਿਆਨ ਪੜ੍ਹੀਏ, ਕੋਈ ਜ਼ਰੂਰੀ ਨਹੀਂ ਵੀ ਅਸੀਂ ਸਾਇੰਸ ਦੀਆਂ ਕਿਤਾਬਾਂ ਪੜ੍ਹੀਏ, ਪਰ ਸਾਡੀ ਡੇ ਟੂ ਡੇ ਲਾਈਫ ਦੇ ਵਿੱਚ ਵਿਗਿਆਨਕ ਨਜ਼ਰੀਆ ਆਉਣਾ ਜ਼ਰੂਰੀ ਹੈ। ਲਾਸਟ ਗੱਲ, ਆਨਲਾਈਨ ਸਿੱਖਿਆ ਕਿਉਂ ਦੇਣੀ ਹੈ? ਇਕੱਲਾ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਨਹੀਂ ਪਹੁੰਚਾਉਣਾ। ਉਹਨਾਂ ਨੂੰ ਡਰ ਲੱਗਦਾ ਹੈ ਵੀ ਜੇ ਸਟੂਡੈਂਟ ਟੀਚਰ ਆਪਸ ਵਿੱਚ ਇੰਟਰੈਕਟ ਕਰਦੇ ਆ, ਇੱਕ ਦੂਜੇ ਤੋਂ ਕੋਈ ਗੱਲਾਂ ਸੁਣਦੇ ਸੁਣਾਉਂਦੇ ਆ, ਸਿੱਖਦੇ ਆ, ਤੇ ਵਿਦਿਆਰਥੀ ਇੱਕ ਦੂਜੇ ਦੇ ਨਾਲ ਬਹਿ ਕੇ ਗੱਲਾਂ ਕਰਦੇ ਆ, ਸਿੱਖਦੇ ਆ, ਇਹ ਇੱਕ ਵੱਡੀ ਤਾਕਤ ਬਣਦੀ ਹੈ ਜਿਹੜੀ ਸਾਨੂੰ ਚੈਲੰਜ ਕਰੂ। ਇਹਨਾਂ ਨੂੰ ਘਰਾਂ 'ਚ ਬਿਠਾਓ, 4 ਅੱਖਰ ਪੜ੍ਹਦੇ ਪੜ੍ਹਨ, ਨਹੀਂ ਪੜ੍ਹਦੇ ਨਾ ਪੜ੍ਹਨ। ਆਹ ਜਿਹੜੀ ਤਾਕਤ ਹੈ ਇਹਨਾਂ ਦੀ ਕਲੈਕਟਿਵ, ਜਿਹੜੀ ਸਮਾਜ ਨੂੰ ਬਦਲਣ ਦੀ ਸ਼ਕਤੀ ਰੱਖਦੀ ਹੈ, ਇਹ ਤਾਕਤ ਨੂੰ ਇਕੱਠੀ ਨਾ ਹੋਣ ਦਿੱਤੀ ਜਾਵੇ। ਇਹ ਉਹਨਾਂ ਦਾ ਮਕਸਦ ਹੈ ਨਿਊ ਐਜੂਕੇਸ਼ਨ ਪਾਲਿਸੀ। ਸੋ ਜੇ ਉਹਨਾਂ ਦਾ ਮਕਸਦ ਉਹ ਹੈ, ਫਿਰ ਸਾਡਾ ਮਕਸਦ ਕੀ ਹੈ? ਸਾਡਾ ਮਕਸਦ ਕੀ ਹੈ ਬੇਟਾ? ਸਾਡਾ ਮਕਸਦ ਹੈ ਸਾਡੇ ਲਈ ਐਜੂਕੇਸ਼ਨ ਲਿਬਰੇਸ਼ਨ ਦਾ ਰਾਹ ਹੈ। ਸਾਡੇ ਲਈ ਐਜੂਕੇਸ਼ਨ ਸਾਡੇ ਲਈ ਗਿਆਨ ਦਾ ਸੋਰਸ ਹੈ। ਸਾਡੇ ਲਈ ਐਜੂਕੇਸ਼ਨ ਇਕੱਠੇ ਹੋਣ ਦਾ ਸੋਰਸ ਹੈ, ਯੂਨਾਈਟ ਹੋਣ ਦਾ ਸੋਰਸ ਹੈ। ਸਾਡੇ ਲਈ ਐਜੂਕੇਸ਼ਨ ਜੋ ਕੁਛ ਇਹ ਸਮਾਜ ਦੇ ਅੰਦਰ ਮਾੜਾ ਹੈ, ਚਾਹੇ ਉਹ ਜਾਤ ਪਾਤ ਹੈ, ਚਾਹੇ ਔਰਤ ਨਾਲ ਵਿਤਕਰਾ ਹੈ, ਚਾਹੇ ਉਹ ਕੋਈ ਹੋਰ ਸਮਾਜ ਸਾਡੀਆਂ ਬੁਰਾਈਆਂ ਨੇ, ਚਾਹੇ ਰਾਜਨੀਤਿਕ ਬੁਰਾਈਆਂ ਨੇ, ਜਿਹੜੀਆਂ ਨੂੰ ਭਗਤ ਸਿੰਘ ਨੇ ਕਰਿਆ ਸੀਗਾ, ਸਾਡੇ ਲਈ ਐਜੂਕੇਸ਼ਨ ਉਹ ਹਥਿਆਰ ਹੈ ਜਿਸ ਹਥਿਆਰ ਨਾਲ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਭਗਤ ਸਿੰਘ ਦੇ ਰਾਹ ਤੇ ਚੱਲ ਕੇ ਇਨਕਲਾਬ ਲਿਆ ਸਕਦੇ ਹਾਂ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ।